ਸਤਿ ਸ੍ਰੀ ਅਕਾਲ। ਵਿਜ਼ਨ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ। ਮੈਂ ਸਤਵਿੰਦਰ ਸਿੰਘ ਰੰਧਾਵਾ। ਉਲਟ ਪੁਲਟ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਸੋਚ ਰਹੇ ਹੋਵੋਗੇ ਅੱਜ ਮੈਂ ਹੱਥ ਦੇ ਵਿੱਚ ਅਖਬਾਰ ਫੜ ਕੇ ਸ਼ੁਰੂਆਤ ਕਿਉਂ ਕੀਤੀ ਹੈ। ਸ਼ੁਰੂਆਤ ਦਾ ਕਾਰਨ ਵੀ ਦੱਸੂਗਾ ਮੈਂ। ਫਿਲਹਾਲ ਮੈਂ ਆਪਣੇ ਕੋ ਹੋਸਟ ਨੂੰ ਇੰਟਰੋਡਿਊਸ ਕਰਾ ਦਾਂ। ਅਨੁਕੋੜਾ ਜੀ, ਸਵਾਗਤ ਤੁਹਾਡਾ। ਸ਼ੁਰੂਆਤ ਤਾਂ ਮੈਂ ਕਰਨੀ ਸੀ, ਡਿਸਾਈਡ ਤਾਂ ਹੋਇਆ ਸੀ। ਉਹ ਚਲੋ ਸ਼ੁਰੂਆਤ ਮੈਂ ਕਰ ਦਿੱਤੀ, ਕੀ ਵੱਡੀ ਗੱਲ ਹੈ। ਨਹੀਂ, ਸ਼ੁਰੂਆਤ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਚਲੋ ਸ਼ੁਰੂਆਤ ਤੁਸੀਂ ਐਂਡਿੰਗ ਕਰ ਲਿਓ। ਨਹੀਂ, ਐਂਡਿੰਗ ਦੇ ਨਹੀਂ ਕੋਈ ਮਹੱਤਵ ਹੁੰਦਾ। ਕੋਈ ਚਲੋ ਐਂਡਿੰਗ ਤਾਂ ਤੁਸੀਂ ਡੇਲੀ ਕਰਦੇ ਹੋ, ਸ਼ੁਰੂਆਤ ਵੀ ਡੇਲੀ ਕਰਦੇ ਹੋ। ਮੈਂ ਸੋਚਿਆ ਥੋੜਾ ਨਵੇਕਲਾਪਨ ਹੋ ਜਾਵੇ ਅੱਜ। ਨਵੇਕਲੇ ਚ ਦੱਸੋ ਵੀ ਅੱਜ ਅਖਬਾਰ ਕਿਉਂ ਚੱਕਿਆ ਜਨਾਬ ਨੇ? ਅਖਬਾਰ ਮੈਂ ਅੱਜ ਤਾਂ ਚੱਕਿਆ ਕਿਉਂਕਿ ਅੱਜ ਖਬਰਾਂ ਬੜੀਆਂ ਵੱਡੀਆਂ ਨੇ। ਜਿਵੇਂ ਕਿ ਵਿਧਾਨ ਸਭਾ ਦੇ ਵਿੱਚ ਰੌਲਾ ਪੈ ਗਿਆ। ਤੇ ਨਵੀਂ ਗੱਲ ਕੀ, ਹਰ ਵਾਰ ਹੀ ਪੈਂਦਾ ਹੈ ਵਿਧਾਨ ਸਭਾ ਚ ਇਹ ਰੌਲਾ ਬੜਾ ਵਧੀਆ ਪਿਆ ਐਤਕੀ ਆਮ ਲੋਕਾਂ ਨੂੰ ਬੜਾ ਚੰਗਾ ਲੱਗਿਆ। ਪਰ ਰੌਲਾ ਕੁਝ ਕੁ ਸਮੇਂ ਦਾ ਪਿਆ ਸੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਆਮ ਲੋਕਾਂ ਦੇ ਮੁੱਦੇ ਵਿਚਾਰੇ ਜਾਂਦੇ ਨੇ। ਥੋੜੇ ਜਿਹੇ ਚਿਰ ਦਾ ਰੌਲਾ ਪਿਆ, ਥੋੜਾ ਮਾਹੌਲ ਜਿਹਾ ਬਣਿਆ, ਫਿਰ ਸ਼ਾਂਤ ਹੋ ਗਿਆ। ਅੱਛਾ, ਮਤਲਬ ਇਸ ਚੀਜ਼ ਦਾ ਤੁਹਾਨੂੰ ਬੁਰਾ ਲੱਗਿਆ ਵੀ ਛੇਤੀ ਸ਼ਾਂਤ ਕਿਉਂ ਹੋ ਗਿਆ? ਚਲੋ ਦੇਖੋ, ਸਾਨੂੰ ਤੜਕਾ ਪਸੰਦ ਹੈ। ਓ ਪੱਤਰਕਾਰ ਕੀ ਤੜਕਾ ਭਾਲਦੇ ਨੇ, ਕਿਤੇ ਨਾ ਵਧੀਆ ਜੀ ਚੀਜ਼ ਹੋਵੇ, ਉਤੋਂ ਤੜਕੇ ਵਾਲੀ ਚੀਜ਼ ਕੱਢ ਲਓ। ਉਹ ਤੜਕਾ ਭਾਲਦੇ ਆਂ ਅਸੀਂ ਤੇ ਤੜਕਾ ਮਿਲ ਗਿਆ ਸਾਨੂੰ ਅੱਜ। ਅੱਛਾ, ਤੇ 10ਵੀਂ ਤੋਂ ਚਾਨਣ ਪਾਓ ਫਿਰ। ਚਾਨਣ ਪਾ ਦਿੰਦੇ ਆ। ਵਿਧਾਨ ਸਭਾ ਦੇ ਅੱਜ ਸਪੈਸ਼ਲ ਇਜਲਾਸ ਸੱਦਿਆ ਗਿਆ ਸੀ। ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਇਜਲਾਸ ਸੱਦਿਆ ਗਿਆ। ਉਸ ਦੇ ਵਿੱਚ ਕੀ ਬਣਿਆ ਕਿ ਜਦੋਂ ਹਰਪਾਲ ਚੀਮਾ ਹੋਰਾਂ ਦੀ ਵਾਰੀ ਆਈ ਨਾ, ਵਿੱਤ ਮੰਤਰੀ ਨੇ ਪੰਜਾਬ ਦੇ, ਉਹਨਾਂ ਦੀ ਵਾਰੀ ਆਈ ਤਾਂ ਪ੍ਰਤਾਪ ਬਾਜਵਾ ਉੱਠ ਕੇ ਬੋਲਣ ਲੱਗ ਗਏ। ਜਦੋਂ ਪ੍ਰਤਾਪ ਬਾਜਵਾ ਬੋਲੇ ਤੇ ਫਿਰ ਸਦਨ ਦੇ ਵਿੱਚ ਰੌਲਾ ਪੈ ਗਿਆ। ਉਧਰੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੀ ਖੜੇ ਹੋ ਗਏ ਤੇ ਨਾਲ ਹੀ ਫਿਰ ਸਪੀਕਰ ਸਾਹਿਬ ਨੇ ਹਾਕ ਮਾਰੀ ਸੀਐਮ ਸਾਹਿਬ ਨੂੰ। ਸੀਐਮ ਸਾਹਿਬ ਤੁਸੀਂ ਬੋਲੋ ਹੁਣ। ਦੇਖੋ, ਅਪ੍ਰੈਲ ਫੁੱਲ ਤਾਂ ਨਹੀਂ ਬਣਾ ਰਹੇ ਅੱਜ, ਦੇਖੋ ਡੇ ਉਦਾਂ ਦਾ ਕਿਉਂਕਿ ਨਹੀਂ, ਅਪ੍ਰੈਲ ਤੁਸੀਂ ਸਸਪੈਂਸ ਖਤਮ ਕਰ ਦਿੰਦੇ ਹੋ ਸਾਰਾ। ਅਪ੍ਰੈਲ ਫੂਲ ਮੈਂ ਬਣਾਉਣਾ ਸੀ ਪਰ ਚਲੋ ਨਹੀਂ ਬਣਾ ਪਾਇਆ ਮੈਂ। ਪਰ ਜਿਹੜੀ ਖਬਰ ਦੱਸ ਰਿਹਾ ਉਹ ਬਿਲਕੁਲ ਸੱਚੀ ਹੈ। ਗੱਲ ਕੀ ਹੋਈ, ਫਿਰ ਜਦੋਂ ਸੀਐਮ ਸਾਹਿਬ ਖੜੇ ਹੋਏ, ਸੀਐਮ ਸਾਹਿਬ ਨੇ ਕਹਿ ਤਿਆ ਕਿ 5 ਸਾਲ ਤੁਸੀਂ ਕੁਝ ਨਹੀਂ ਕੀਤਾ, ਹੁਣ ਤੁਸੀਂ ਕਿਉਂ ਬੋਲ ਰਹੇ ਹੋ? ਆਪਣੇ ਸਿਸਮਾਂ ਵਾਲੇ ਤੁਸੀਂ ਫਾਰਮ ਨਹੀਂ ਖੋਲੇ ਹੈਗੇ। ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤੋਂ ਪੁੱਛੋ ਸੂਬੇ ਲਈ ਕੀਤਾ ਕੀ ਹੈ ਤੁਸੀਂ ਜੀ। ਉਹਨਾਂ ਨੇ ਬਿਲਕੁਲ ਐਨ ਗਰਜਦੀ ਆਵਾਜ਼ 'ਚ ਬੋਲੇ, ਕਹਿੰਦੇ 7 ਸਾਲ ਮੈਂ ਪਾਰਲੀਮੈਂਟ ਦੇ ਵਿੱਚ ਰਿਹਾ। ਏਦਾਂ ਹੀ ਚੁੱਪ ਕਰਕੇ ਬਿਠਾਇਆ। ਹਾਂ, ਕਹਿੰਦਾ ਏਦਾਂ ਹੀ ਮੈਨੂੰ ਪਤਾ ਕਿੱਦਾਂ ਬਿਠਾਣੇ ਚੁੱਪ ਕਰਕੇ। ਦੇਖੋ, ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਜਿਸ ਗੱਲ ਦੀ ਨਾ ਹੋਈ, ਮੰਨ ਲਓ ਕਿ ਅੱਜ 1 ਅਪ੍ਰੈਲ ਹੈ ਤੇ 1 ਅਪ੍ਰੈਲ ਨੂੰ ਸਾਰੇ ਅਪ੍ਰੈਲ ਫੂਲ ਮਤਲਬ ਬਣਾਉਂਦੇ ਨੇ, ਸਾਰੇ ਫੋਨ ਕਰ ਲਿਆ ਕਿਸੇ ਨੇ ਗਲਤ ਨੰਬਰ ਤੋਂ, ਬਹੁਤ ਸਾਰੇ ਤਰੀਕੇ ਇਦਾਂ ਦੇ ਹੈਗੇ ਨੇ ਵੀ ਅਪ੍ਰੈਲ ਫੂਲ ਬਣਾਉਂਦੇ ਨੇ। ਤਾਂ ਮਜ਼ਾਕੀਆ ਜਿਹਾ ਦਿਨ ਕਹਿ ਦਿੰਦੇ ਨੇ ਅੱਜ ਦੇ ਦਿਨ ਨੂੰ, ਕਿ ਮਤਲਬ ਜੇ ਅੱਜ ਦੇ ਦਿਨ ਕਿਸੇ ਨੇ ਕੋਈ ਵੱਡੀ ਖਬਰ ਦੱਸਤੀ, ਵੱਡੀ ਕੋਈ ਗਾਜ ਡਿੱਗ ਗਈ ਕਿਸੇ ਤੇ, ਕੋਈ ਨੋਟਿਸ ਆ ਗਿਆ, ਕੁਛ ਆ ਗਿਆ, ਕਹਿ ਦਿੰਦੇ ਆ ਵੀ ਅਪ੍ਰੈਲ ਫੂਲ ਬਣਾਇਆ ਸੀਗਾ ਬਾਅਦ ਚ। ਮਤਲਬ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਮਿਠਾਈ ਛੋਟੇ ਹੁੰਦੇ ਕਰਦੇ ਹੁੰਦੇ ਸੀਗੇ ਵੀ ਮਿਠਾਈ ਦੇ ਡੱਬੇ 'ਚ ਰੋੜੇ ਜਿਹੇ ਪਾ ਕੇ ਤੇ ਦੂਜੇ ਨੂੰ ਦੇ ਆਉਣੇ ਵੀ ਆਹ ਦੇਖੋ ਤੁਹਾਡੇ ਵਾਸਤੇ ਮਿਠਾਈ ਲੈ ਕੇ ਆਏ ਆ। ਖੋਲ ਕੇ ਦੇਖਿਆ ਅਗਲਾ, ਚਲੋ ਮੁੜ ਕੇ ਕਹਿ ਦੋ ਅਪ੍ਰੈਲ ਫੂਲ ਬਣਾਇਆ। ਤਾਂ ਉਹ ਨਾਨ ਸੀਰੀਅਸ ਜਿਹਾ ਦਿਨ ਲੱਗਦਾ। ਪਰ ਮਤਲਬ ਇੰਨਾ ਵੱਡਾ ਮੁੱਦਾ ਹੋਵੇ ਕਿ ਕੇਂਦਰ ਚੰਡੀਗੜ੍ਹ ਤੇ ਕਾਬਜ਼ ਹੋਣ ਨੂੰ ਤਿਆਰ ਬੈਠਾ ਹੈ। ਚੰਡੀਗੜ੍ਹ ਤੇ ਕਾਬਜ਼ ਹੋਣ ਲਈ ਕੇਂਦਰ ਤਰ੍ਹਾਂ ਦੀਆਂ ਹੁਣ ਸਾਜ਼ਿਸ਼ਾਂ ਰਚਨ ਤੇ ਆ ਗਿਆ। ਪਰ ਉਹਦੇ ਚੀਜ਼ ਨੂੰ ਲੈ ਕੇ ਸਪੈਸ਼ਲ ਸਦਨ ਬੁਲਾਇਆ ਹੋਵੇ ਔਰ ਉਹਦੇ ਵਿੱਚ ਜਾ ਕੇ ਵਿਰੋਧੀ ਕਹਿਣ ਵੀ ਤੁਸੀਂ ਅੱਜ ਦਾ ਦਿਨ ਕਿਉਂ ਚੁਣਿਆ, ਕਿਉਂਕਿ ਅੱਜ ਦਾ ਦਿਨ ਨਾਨ ਸੀਰੀਅਸ ਹੈ। ਵੀ ਤੁਸੀਂ ਮੁੱਦਾ ਤਾਂ ਦੇਖ ਲਓ ਵੀ ਸੀਰੀਅਸ ਹੈ ਕਿ ਨਹੀਂ ਹੈਗਾ। ਅੱਜ ਦਾ ਦਿਨ ਨਾਨ ਸੀਰੀਅਸ ਹੈ। ਮਤਲਬ ਇਸ ਚੀਜ਼ ਦੇ ਉੱਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ 5 ਤੋਂ 6 ਮਿੰਟ ਇਸ ਚੀਜ਼ ਦੇ ਉੱਤੇ ਬਹਿਸ ਚੱਲੀ ਵੀ ਤੁਸੀਂ ਦਿਨ ਨਾਨ ਸੀਰੀਅਸ ਕਿਉਂ ਰੱਖਿਆ। ਤੁਸੀਂ ਇਹ ਦੇਖੋ ਸੋਚ ਕਿੱਥੇ ਤੱਕ ਜਾਂਦੀ ਹੈ ਉਹਨਾਂ ਦੀ। ਨਾਨ ਸੀਰੀਅਸ ਦਿਨ ਹੈ। ਫਿਰ ਜਿਹੜੇ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਮਾਨ, ਉਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਦਿੱਤਾ? ਕਹਿੰਦੇ ਅੱਜ ਦਾ ਦਿਨ ਤੁਹਾਡੇ ਲਈ ਅਹਿਮੀਅਤ ਨਹੀਂ ਰੱਖਦਾ। ਅੱਜ ਜਿਹਨੇ ਜਨਮ ਲਿਆ ਮਤਲਬ ਕਿ ਉਹ ਐਵੇਂ ਹੀ ਹੈ, ਬੇਫਜ਼ੂਲ ਹੈ। ਮਤਲਬ ਜੰਮਿਆ ਹੀ ਨਹੀਂ ਉਹ। ਉਹਦੇ ਨੇ ਅਪ੍ਰੈਲ ਫੂਲ ਹੀ ਹੋ ਗਿਆ ਵੀ। ਪਰ ਉਹ ਇਹ ਵੇਖੋ ਨਾ ਕਿ ਉਹਨਾਂ ਕਿਹਾ ਕਿ 7 ਸਾਲ ਮੈਂ ਪਾਰਲੀਮੈਂਟ 'ਚ ਬੋਲਿਆ, ਮੈਨੂੰ ਪਤਾ ਕਿੱਦਾਂ ਬਿਠਾਉਣੇ ਨੇ। ਬਿਲਕੁਲ ਸਹੀ। ਤੇ ਨਾਲੇ ਮੈਨੂੰ ਇਹ ਵੀ ਪਤਾ ਕਿ ਮੁੱਦੇ ਕਿਹੜੇ ਚੁੱਕਣੇ ਨੇ। ਸੋ ਸਹੀ, ਬਿਲਕੁਲ ਸਹੀ ਗੱਲ ਹੈ। ਦੇਖੋ ਕਿੰਨੇ ਟਾਈਮ ਤੋਂ ਜਿਹੜੇ ਵਿਰੋਧੀ ਨੇ ਇਹ ਕਹਿੰਦੇ ਆ ਰਹੇ ਸੀਗੇ ਵੀ, ਕਿਉਂਕਿ ਭਗਵੰਤ ਮਾਨ ਨੇ ਟਵੀਟ ਕੀਤਾ ਸੀਗਾ ਔਰ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਇਕੱਲੇ ਟਵੀਟ ਕਰਨ ਨਾਲ ਕੁਝ ਨਹੀਂ ਹੋਣਾ ਹੈਗਾ, ਤੁਹਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ। ਸੋ ਸਪੈਸ਼ਲ ਜਿਹੜਾ ਸੈਸ਼ਨ ਆ ਬੁਲਾਇਆ ਜਾਂਦਾ ਵਿਧਾਨ ਸਭਾ ਦਾ, ਉਹਦੇ ਵਿੱਚ ਜਿਹੜੀ ਗੱਲ ਉਹ ਚੁੱਕੀ ਜਾਂਦੀ ਹੈ। ਫਿਰ ਵਿਰੋਧੀ ਕੋਈ ਹੋਰ ਮੁੱਦੇ ਲੈ ਕੇ ਬਹਿ ਜਾਂਦੇ ਨੇ, ਜਿਹੜੇ ਚੱਕਰ ਦੇ ਵਿੱਚ ਫਿਰ ਰਾਣਾ ਇੰਦਰ ਪ੍ਰਤਾਪ ਨੂੰ ਬਾਹਰ ਵੀ ਕੱਢਤਾ ਵੀ ਚਲੋ ਬਾਹਰ ਨੂੰ, ਉਧਰ ਦਾ ਰਸਤਾ ਦਿਖਾਤਾ ਵੀ ਗੱਲ ਬੋਲਣਾ ਸੀਐਮ ਨੇ ਆ, ਉਹਦੇ ਤੇ ਚਰਚਾ ਚੱਲ ਰਹੀ ਹੈ ਚੰਡੀਗੜ੍ਹ ਵਾਲੇ ਮੁੱਦੇ ਤੇ, ਤੁਸੀਂ ਆਪਣਾ ਹਾਈਵੇ ਵਾਲਾ ਮੁੱਦਾ ਚੱਕ ਘੁੰਮੀ ਜਾਂਦੇ ਹੋ ਕਿੱਧਰ ਨੂੰ। ਉਹੀ ਤਾਂ ਗੱਲ ਹੈ। ਦੇਖੋ ਮਸਲੇ ਬਹੁਤ ਨੇ, ਮਸਲੇ ਬਹੁਤ ਜ਼ਿਆਦਾ ਨੇ। ਬੀਤੇ ਦਿਨ ਮੈਂ ਇੱਕ ਗੱਲ ਆਖੀ ਸੀ ਤੁਹਾਨੂੰ, ਮੈਂ ਥੋੜਾ ਜਿਹਾ ਟੌਪਿਕ ਚੇਂਜ ਕਰ ਰਿਹਾ। ਮੈਂ ਇੱਕ ਗੱਲ ਆਖੀ ਸੀ, ਹਾਸੋਹੀਣ ਗੱਲ ਸੀ ਉਹ, ਕਿ ਮੈਂ ਸਾਈਕਲ ਲੈਣ ਚੱਲਿਆ ਜੀ। ਫਿਰ ਮੇਰਾ ਅੱਜ ਨਾ ਮਨ ਤਬਦੀਲ ਕਰ ਗਿਆ, ਤਬਦੀਲੀ ਆ ਗਈ ਥੋੜੀ ਜੀ। ਹੁਣ ਕੀ ਜੀ ਕਰਦਾ? ਹੁਣ ਮੈਂ ਈ ਵਾਹਨ ਲਊਂਗਾ। ਈ ਵਾਹਨ? ਬਿਲਕੁਲ ਜੀ। ਪਰ ਮੈਂ ਜਿਹੜੀ ਅਖਬਾਰ 'ਚ ਖਬਰ ਪੜ੍ਹੀ ਹੈ ਨਾ, ਉਹ ਪੜ੍ਹ ਕੇ ਹੁਣ ਮੇਰਾ ਈ ਵਾਹਨ ਦਾ ਲੈਣ ਦਾ ਵੀ ਮਨ ਨਹੀਂ ਕਰ ਰਿਹਾ। ਕਿਉਂ, ਕੀ ਹੋ ਗਿਆ? ਕੇਂਦਰੀ ਮੰਤਰੀ ਨੇ ਨਿਤਿਨ ਗਡਕਰੀ ਜੀ, ਉਹਨਾਂ ਆਖਿਆ ਕਿ ਪੈਟਰੋਲ ਦੇ ਵਾਹਨ ਹੋਣ, ਡੀਜ਼ਲ ਦੇ ਵਾਹਨ ਹੋਣ, ਭਾਵੇਂ ਈ ਵਾਹਨ ਹੋਣ,
ਕੋਈ ਸਸਤਾ ਮਹਿੰਗਾ ਨਹੀਂ, ਸਾਰਿਆਂ ਦੇ ਕੀਮਤਾਂ ਜਿਹੜੀਆਂ ਬਰਾਬਰ ਹੀ ਰਹਿਣਗੀਆਂ। ਹੁਣ ਆ ਦੱਸੋ ਮਤਲਬ ਕੀ ਚਾਹ ਕੇ ਰਹੇ ਆ, ਕੀ ਕਰੀਏ ਅਸੀਂ? ਮਤਲਬ ਅੱਜ ਮੈਂ ਅਖਬਾਰ ਪੜ੍ਹਿਆ, ਅਖਬਾਰ 'ਚ ਲਿਖਿਆ ਸੀ ਸ਼ਰਾਬ ਮਹਿੰਗੀ, ਪਾਣੀ ਮਹਿੰਗਾ, ਦਵਾਈਆਂ ਮਹਿੰਗੀਆਂ ਤੇ ਆਹ ਪੈਟਰੋਲ ਡੀਜ਼ਲ ਮਹਿੰਗੇ। ਮਤਲਬ ਤੁਸੀਂ ਸਾਰਾ ਕੁਝ ਮਹਿੰਗਾ ਕਰ ਦੋ, ਛੱਡੋ ਪਰੇ। ਮਤਲਬ ਕਿਉਂ ਅਸੀਂ ਇੱਥੇ ਜੀਓ ਕਿਉਂ ਰਹੇ ਆ? ਤੁਸੀਂ ਸਿੱਧਾ ਹੀ ਕਹਿ ਦੋ ਵੀ ਸਾਰੇ ਇੱਕ ਇੱਕ ਜ਼ਹਿਰ ਦੀ ਗੋਲੀ ਖਾ ਲਓ। ਨਹੀਂ, ਉਹ ਜੇਬ ਤੋਂ ਬਾਹਰ ਹੋ ਰਹੇ ਨੇ ਸਾਰੇ ਖਰਚ। ਸਹੀ ਗੱਲ ਹੈ। ਦੂਜੇ ਪਾਸੇ ਪੰਜਾਬ ਦੀ ਗੱਲ ਕਰ ਲਈਏ, ਸੂਬੇ ਦੇ ਵਿੱਚ ਵੀ 20 ਰੁਪਏ ਫੈਟ ਦੇ ਹਿਸਾਬ ਨਾਲ ਦੁੱਧ ਮਹਿੰਗਾ ਕਰ ਦਿੱਤਾ। 2 ਰੁਪਏ ਜਿਹੜਾ ਹੈਗਾ, ਮਤਲਬ ਤਕਰੀਬਨ ਤਕਰੀਬਨ 2 ਰੁਪਏ ਜਿਹੜਾ ਹੈਗਾ ਮਹਿੰਗਾ ਹੋਊਗਾ। ਪਰ ਵਪਾਰੀਆਂ ਵਾਸਤੇ ਖੁਸ਼ੀ ਦੀ ਗੱਲ ਹੈ। ਹੁਣ ਜੋ ਕਹਿੰਦੇ ਨਾ ਵੀ ਜਦੋਂ ਕਿਸੇ ਨੂੰ ਕੁਝ ਮਿਲਦਾ ਹੁੰਦਾ ਤੇ ਕਿਸੇ ਦੇ ਫਿਰ ਚਿਹਰੇ ਤੇ ਖੁਸ਼ੀ ਆਉਂਦੀ ਹੁੰਦੀ ਹੈ ਤੇ ਕਿਸੇ ਦਾ ਦਿਲ ਦੁਖਦਾ ਹੁੰਦਾ। ਤਾਂ ਉਹ ਸਾਰੀਆਂ ਚੀਜ਼ਾਂ ਤਾਂ ਲੱਗੀਆਂ ਹੀ ਰਹਿੰਦੀਆਂ ਨੇ, ਪਰ ਘੱਟੋ ਘੱਟ ਵਪਾਰੀ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਤੇ ਜੇ ਖੁਸ਼ੀ ਆਈ ਹੈ ਤਾਂ ਉਹ ਚੰਗੀ ਗੱਲ ਹੈ। ਹੁਣ 2 ਰੁਪਏ ਮਹਿੰਗਾ ਹੋਇਆ, ਜੇਬ ਚੋਂ ਕੱਢਣ ਲੱਗੇ ਜਿੱਥੇ ਪਹਿਲਾਂ ਹੀ ਮਹਿੰਗਾਈ ਹੋਈ ਜਾਂਦੀ ਹੈ ਉੱਥੇ ਚੀਜ਼ ਤਾਂ ਉੱਠੂਗੀ ਨਾ। ਮੈਨੂੰ ਲੱਗਦਾ ਇੱਕ ਤਬਕਾ ਨਾ ਇਹ ਵਿਚਾਰ ਵੀ ਕਰ ਰਿਹਾ ਹੋਣਾ ਬਹਿ ਕੇ ਕਿ ਦੁੱਧ ਦੀਆਂ ਥੈਲੀਆਂ ਲੈਣ ਤੋਂ ਚੰਗਾ ਜਾਂ ਫਿਰ ਦੋਧੀ ਤੋਂ ਦੁੱਧ ਲੈਣ ਦੀ ਥਾਂ ਇੱਕ ਮੱਝ ਹੀ ਖਰੀਦ ਲਈ। ਮੱਝਾਂ ਖਰੀਦਣੀਆਂ ਸੌਖੀਆਂ ਉੱਥੇ, ਉਹੀ ਗੱਲ ਹੈ। ਉਹਨਾਂ ਨੂੰ ਪਾਲਣਾ ਪੋਸਣਾ ਸੌਖਾ ਉੱਥੇ, ਉਹੀ ਗੱਲ ਹੈ। ਉਹ ਕਹਿੰਦੇ ਕਿ ਕਿੱਥੇ ਅਸੀਂ 50,000 ਰੁਪਏ ਕਿਲੋ ਦੁੱਧ ਲਵਾਂਗੇ, ਸਾਲ ਦੇ ਵਿੱਚ ਕਿੰਨਾ ਪੈਸਾ ਬਣ ਜਾਂਦਾ। 2 ਸਾਲ ਦੀ ਕਮਾਈ ਜਿਹੜੀ ਆ ਉਹ ਇਕੱਠੀ ਕਰਕੇ ਇੱਕ ਵਾਰ ਚ ਮੱਝ ਖਰੀਦ ਲੈਂਦੇ ਆ ਤੇ ਫਿਰ ਬਾਅਦ ਦੇ ਵਿੱਚ ਬੰਦਾ ਰੱਖਣਗੇ ਗੋਹਾ ਕੂੜਾ ਕਰਨ ਲਈ। ਸਹੀ ਗੱਲ ਹੈ। ਪਰ ਉੱਥੇ ਆ ਜਾਣਾ ਖਰਚਾ, ਖਰਚਾ ਉੱਥੇ ਹੀ ਆ ਜਾਣਾ ਤੇ ਰਹਿਣ ਹੀ ਦੋ ਭਾਈ। ਕਿਤੇ ਉਹੀ ਨਾ ਸਲਾਹਾਂ ਜਿਹੀਆਂ ਕਰ ਲਿਓ ਕਿਤੇ ਸਾਡੀ ਗੱਲਾਂ ਸੁਣ ਕੇ ਕਿਤੇ ਹੋਰ ਚਰਚਾ ਨਹੀਂ ਵੀ ਹੋ ਰਹੀ, ਫਿਰ ਚਰਚਾ ਹੋਣ ਲੱਗ ਜਾਵੇ ਕਿ ਮੱਝ ਹੀ ਲੈ ਲੈਂਦੇ ਆ ਭਾਈ। ਸਲਾਹਾਂ ਹੁੰਦੀਆਂ ਵੀ ਨੇ, ਸਲਾਹਾਂ ਬਣਦੀਆਂ ਵੀ ਨੇ, ਸਲਾਹਾਂ ਢਹਿੰਦੀਆਂ ਵੀ ਨੇ। ਤਾਂ ਹੁਣ ਫੈਸਲਾ ਆਪ ਕਰ ਲਵੇ ਸਲਾਹ ਜਿਹੜੀ ਆ ਉਹ ਬਣਾਉਣੀ ਹੈ ਕਿ ਢਾਉਣੀ ਹੈ। ਸਾਡਾ ਅੱਜ ਗੋਲਡੀ ਕੈਮਰਾਮੈਨ ਹੈ ਨੀਗਾ ਸਟੂਡੀਓ ਦੇ ਵਿੱਚ, ਮੱਝ ਲੈਣ ਗਿਆ। ਉਹਨੇ ਮੇਰੀ ਗੱਲ ਸੁਣ ਲਈ ਸੀ, ਇਹ ਬਾਈ ਮੁੜਿਆ ਜਿੱਥੇ ਵੀ ਗਿਆ ਮੁੜਿਆ, ਜਲਦੀ ਮੁੜਿਆ। ਇਹ ਨਾ ਉਹੀ ਗੱਲ ਹੋ ਗਈ ਵੀ ਮਤਲਬ ਨਾ ਬੰਦਾ ਕਿਤੇ ਕੋਈ ਖੱਡ 'ਚ ਡਿੱਗਾ ਹੋਵੇ ਤੇ ਉੱਥੇ ਉੱਪਰੋਂ ਦੀ ਨਾ ਐਂ ਜੇ ਕਰਕੇ ਆ ਜਾ, ਮੈਂ ਹੱਥ ਦੇ ਰਿਹਾ ਤੈਨੂੰ, ਆ ਜਾ। ਵੀ ਦਿਨੇ ਕਹਿਣਾ ਹੋਵੇ ਤਾਂ ਫੋਨ ਕਰਕੇ ਕਹਿੰਦਾ ਵੀ ਭਾਈ ਨਾ ਜਾਈ। ਇੱਥੇ ਬਹਿ ਕੇ ਤੁਸੀਂ ਕਿਹਨੂੰ ਕਹੀ ਜਾਂਦੇ ਵੀ ਨਾ ਜਾਈ ਨਾ ਜਾਈ? ਦੇਖੋ ਦਿਲੋਂ ਆਵਾਜ਼ ਨਿਕਲਣੀ ਚਾਹੀਦੀ ਹੈ। ਦਿਲੋਂ ਆਵਾਜ਼ ਨਿਕਲੀ ਹੈ, ਗੋਲਡੀ ਤੱਕ ਪਹੁੰਚ ਗਈ ਆਵਾਜ਼। ਉਹ ਰੁਕ ਗਿਆ, ਮੈਨੂੰ ਦਿਖ ਰਿਹਾ, ਦ੍ਰਿਸ਼ ਦਿਖ ਰਹੇ ਨੇ ਮੈਨੂੰ, ਰੁਕ ਗਿਆ ਉਹ। ਤੁਸੀਂ ਐਂ ਕਰੋ, ਅੱਜ ਕੱਲ ਨਾ ਬੜਾ ਕੰਮ ਚੱਲਿਆ ਹੋਇਆ ਬਾਬੇ ਵਾਲਾ, ਢੋਂਗੀ ਬਾਬੇ ਵਾਲਾ। ਬਹਿ ਜਾਓ ਕਿਤੇ ਤੁਸੀਂ ਵੀ, ਮਤਲਬ ਏਦਾਂ ਹੀ। ਮੈਂ ਸੋਚ ਰਿਹਾ ਵੈਸੇ, ਪਰ ਨਹੀਂ, ਕਹਿੰਦੇ ਢੋਂਗੀ ਬਾਬਿਆਂ ਦਾ ਜਦੋਂ ਪਰਦਾਫਾਸ਼ ਹੁੰਦਾ ਨਾ, CCTV ਫੁਟੇਜਾਂ ਨਿਕਲਦੀਆਂ ਨੇ। ਹਰਕਤਾਂ ਨਾ ਕਰੋ ਨਾ ਉਦਾਂ ਦੀਆਂ। ਕਿਹਨੇ ਕਿਹਾ ਹਰਕਤਾਂ ਕਰਨ ਨੂੰ ਉਦਾਂ ਦੀਆਂ? ਗੱਲ ਇਹ ਵੀ ਹੈ, ਜੇ ਸੱਚੀ ਤੁਹਾਨੂੰ ਇਦਾਂ ਦੀ ਆਮਦ ਹੁੰਦੀ ਹੈ, ਤੁਹਾਨੂੰ ਮਤਲਬ ਦਿਖ ਰਿਹਾ ਤਾਂ ਕਰੋ ਨਾ। ਨਹੀਂ, ਆਮਦ ਤਦ ਹੁੰਦੀ ਹੈ ਜਦੋਂ ਜਿਹਦੇ ਨਾਲ ਪਿਆਰ ਪਿਆ ਹੁੰਦਾ ਨਾ ਸਾਡਾ, ਉਹਦੀ ਚੀਜ਼ਾਂ ਪਤਾ ਲੱਗਦੀਆਂ ਕਿ ਬਈ ਹੁਣ ਇਹ ਬੰਦਾ ਇੱਧਰ ਨੂੰ ਜਾ ਰਿਹਾ ਹੈ, ਇਹ ਰਾਹ ਭਟਕ ਗਿਆ, ਇਹਨੂੰ ਰੋਕ ਲਓ। ਹੁਣ ਤੁਸੀਂ ਵੀ ਰਾਹ ਭਟਕ ਗਏ ਹੋ ਤੇ ਹੁਣ ਤੁਸੀਂ ਲੀਹ ਤੇ ਆ ਜਾਓ। ਮੈਂ ਆ ਗਿਆ ਬਿਲਕੁਲ ਲੀਹ ਤੇ। ਆਹ ਦੇਖੋ ਖਬਰ ਇੱਕ ਹੋਰ ਆਈ ਹੋਈ ਹੈ, ਲਓ ਦੱਸੋ। ਪੰਜਾਬੀ ਟ੍ਰਿਬਿਊਨ ਦੇ ਵਿੱਚ ਪ੍ਰਕਾਸ਼ਿਤ ਹੋਈ ਖਬਰ ਹੈ ਇਹ। ਕਹਿੰਦੇ ਦੇਸ਼ ਭਰ ਵਿੱਚ MSP ਹਫਤਾ ਮਨਾਵੇਗਾ ਕਿਸਾਨ ਮੋਰਚਾ। ਵਧੀਆ ਗੱਲ ਹੈ। ਤੇ ਰਾਕੇਸ਼ ਟਕੈਤ ਉਹਨਾਂ ਨੇ ਬਿਆਨ ਦਿੱਤਾ। MSP ਵੀਕ ਮਨਾਇਆ ਜਾਵੇਗਾ, ਫਸਲਾਂ ਦੀ ਜਿਹੜੀ ਕੀਮਤ ਹੈ ਜੀ ਉਸ ਦੇ ਬਾਰੇ ਚਰਚਾ ਕੀਤੀ ਜਾਵੇਗੀ, ਕੀ ਮਾਪਦੰਡ ਹੋ ਸਕਦੇ ਨੇ ਉਸ ਦੀ ਚਰਚਾ ਕੀਤੀ ਜਾਵੇਗੀ। ਫਸਲਾਂ ਦੀ ਖਰੀਦ ਕਿਉਂਕਿ 1 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਵੀ ਸ਼ੁਰੂ ਹੈ, ਅੱਜ ਦੇ ਦਿਨ ਤੋਂ ਹੀ ਸ਼ੁਰੂ ਹੈ। ਪੰਜਾਬ ਦੀਆਂ ਦਾਣਾ ਮੰਡੀਆਂ ਦੀ ਗੱਲ ਕਰ ਲਈਏ, 2300 ਲਗਭਗ 2300 ਦਾਣਾ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਜੀ। ਪਰ ਇਹ ਜਿਹੜਾ MSP ਹਫਤਾ ਨਾ, ਇਸ ਦੇ ਵਿੱਚ ਪੂਰੇ ਹਫਤੇ ਦੇ ਵਿੱਚ ਤਕਰੀਬਨ ਕਹਿ ਲਈਏ ਸੈਮੀਨਾਰ ਹੋਣਗੇ, ਰੈਲੀਆਂ ਕੀਤੀਆਂ ਜਾਣਗੀਆਂ, ਮੀਟਿੰਗਾਂ ਕਰਕੇ ਫਸਲਾਂ ਦੀਆਂ ਕੇਂਦਰ ਵੱਲੋਂ ਨਿਰਧਾਰਿਤ ਕੀਤੀਆਂ ਜਾਂਦੀਆਂ ਕੀਮਤਾਂ ਅਨੁਸਾਰ ਖਰੀਦ ਯਕੀਨੀ ਬਣਾਉਣ ਲਈ ਚਰਚਾ ਕੀਤੀ ਜਾਊਗੀ। ਦੇਖੋ ਬਹੁਤ ਚੰਗੀ ਗੱਲ ਹੈ, ਕਿਉਂਕਿ ਬਹੁਤ ਵਾਰ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਕੀਮਤਾਂ ਤੈਅ ਕਰ ਦਿੱਤੀਆਂ ਜਾਂਦੀਆਂ ਨੇ ਵੀ ਇੰਨੀ ਕੀਮਤ ਜਿਹੜੀ ਆ ਹੁਣ ਅਸੀਂ ਫਿਕਸ ਕਰਤੀ, ਪਰ ਬਹੁਤ ਸਾਰੇ ਕਿਉਂਕਿ ਵਿਚੋਲੀਏ ਵਿੱਚ ਹੁੰਦੇ ਨੇ, ਬਹੁਤ ਸਾਰੇ ਹੋਰ ਚੀਜ਼ਾਂ ਵਿੱਚ ਸ਼ਾਮਲ ਹੁੰਦੀਆਂ ਨੇ, ਤਾਂ ਉਹ ਕੀਮਤ ਜਿਹੜੀ ਤੈਅ ਕੀਤੀ ਹੁੰਦੀ ਆ ਉਹਦੇ ਤਹਿਤ ਖਰੀਦੀ ਨਹੀਂ ਜਾਂਦੀ ਤੇ ਨਾ ਹੀ ਉਹਦਾ ਮੁੱਲ ਜਿਹੜਾ ਕਿਸਾਨ ਨੂੰ ਮਿਲਦਾ। ਤਾਂ ਇਹਦੇ ਉੱਤੇ ਪਹਿਰਾ ਦੇਣ ਦੀ ਤਾਂ ਸਖਤ ਲੋੜ ਹੈਗੀ ਹੈ, ਕਿਉਂਕਿ ਪਹਿਲਾਂ ਵੀ ਕਹਿੰਦੇ ਸੀਗੇ ਵੀ MSP ਤਾਂ ਅਸੀਂ ਜੀ ਦੰਨੇ ਆ, ਪਰ ਜਿਨ੍ਹਾਂ ਦੇ ਉੱਤੇ ਜਿੰਨੀਆਂ ਫਸਲਾਂ ਦੇ ਉੱਤੇ ਵੀ MSP ਸੀਗੀ ਉਹ ਵੀ MSP ਤੇ ਨਹੀਂ ਮਿਲਦੀ ਸੀਗੀ। ਸੋ ਇੰਨੇ ਟਾਈਮ ਤੋਂ ਜਿਹੜਾ ਪ੍ਰਦਰਸ਼ਨ ਹੋ ਰਿਹਾ MSP ਨੂੰ ਲੈ ਕੇ, ਉਹ ਤਾਂ ਹੀ ਹੋ ਰਿਹਾ ਵੀ ਪਹਿਲਾਂ ਤਾਂ ਤੁਸੀਂ MSP ਦੰਦੇ ਨਹੀਂ ਹੈਗੇ ਸਾਰੀਆਂ ਫਸਲਾਂ ਤੇ, ਜਿਨ੍ਹਾਂ ਤੇ ਦੰਨੇ ਹੋ ਉਹਨਾਂ ਦੇ ਉੱਤੇ ਵੀ MSP ਦੇ ਉੱਤੇ ਖਰੀਦ ਤਾਂ ਹੁੰਦੀ ਨਹੀਂ, ਤੇ ਉਹਦਾ ਪਹਿਰਾ ਕਿਹਨੇ ਦੇਣਾ? ਪ੍ਰਸ਼ਾਸਨ ਦੇ ਉੱਤੇ ਹੀ ਜਾਂਦੀ ਹੈ ਨਾ ਸਾਰੀ ਚੀਜ਼ਾਂ, ਸਰਕਾਰ ਦੇ ਉੱਤੇ। ਤਾਂ ਫਿਰ ਸਰਕਾਰ ਦੇਖਦੀ ਕਿਉਂ ਨਹੀਂ ਜੇ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ? ਤਾਂ ਇਹ ਸਰਕਾਰੀ ਖਰੀਦ ਦੇ ਉੱਤੇ ਸੂਬੇ ਦੇ ਮੁੱਖ ਮੰਤਰੀ ਨੇ ਜਿਹੜੇ ਭਗਵੰਤ ਮਾਨ, ਉਹਨਾਂ ਵੱਲੋਂ ਇੱਕ ਬਿਆਨ ਆਇਆ, ਕਹਿੰਦੇ ਕਿਸਾਨ ਦਾ ਇੱਕ ਦਾਣਾ ਮੰਡੀਆਂ 'ਚ ਚੁੱਕਿਆ ਜਾਊਗਾ। ਤੁਸੀਂ ਆਹ ਵੇਖੋ, ਸੂਬੇ ਦੇ ਲੋਕ ਜਿਨ੍ਹਾਂ ਦੀ ਆਸਾਂ ਵੱਜੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਨਾਲ, ਕਿਸ ਤਰੀਕੇ ਦੇ ਨਾਲ ਇੱਕ ਤਾਂ ਫੈਸਲੇ ਜਿਸ ਹਿਸਾਬ ਨਾਲ ਲੈ ਰਹੇ ਹਾਂ। ਅਸੀਂ ਹਰੇਕ ਸ਼ੋਅ ਦੇ ਵਿੱਚ ਚਰਚਾ ਕਰ ਰਹੇ ਹਾਂ ਇਸ ਗੱਲ ਦੀ ਕਿ ਸ਼ਲਾਘਾਯੋਗ ਕਦਮ ਨੇ ਕਿਸਾਨਾਂ ਲਈ ਵੀ। ਹਾਲਾਂਕਿ ਕਿਸਾਨਾਂ ਲਈ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਆਖੀ ਗਈ ਹੈ ਕਿ ਇੱਕ ਦਾਣਾ, ਕਿਉਂਕਿ ਕਿਸਾਨ ਜਿਹੜੇ ਨੇ ਉਹ ਕਰਤਾ ਧਰਤਾ ਨੇ ਸੂਬੇ ਦੇ, ਕਿਉਂ ਖੇਤੀ ਪ੍ਰਧਾਨ ਸੂਬਾ ਹੈ,
ਕਰਤਾ ਧਰਤਾ ਨੇ ਤੇ ਉਹਨਾਂ ਨੂੰ ਖੁਸ਼ ਕਰਨਾ ਮਤਲਬ ਕਿ ਸੂਬਾ ਜਿਹੜਾ ਉਹ ਰੰਗਲਾ ਪੰਜਾਬ ਬਣਾਉਣ ਦੀ ਇੱਕ ਲੀਹ ਦੇ ਉੱਤੇ ਜਿਹੜਾ ਉਹ ਕਦਮ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਰੱਖ ਚੁੱਕੀ ਹੈ। ਬਿਲਕੁਲ, ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ, ਮੁੜ ਤੋਂ ਫਿਰ ਤੁਹਾਨੂੰ ਉੱਥੇ ਲੈ ਕੇ ਆਵਾਂਗੇ। ਕਹਿੰਦੇ ਸਰਕਲ ਹੁੰਦਾ ਨਾ ਗੋਲ, ਜਿੱਥੋਂ ਦੀ ਤੁਰੋ ਫਿਰ ਉੱਥੇ ਪਹੁੰਚ ਜਾਂਦਾ, ਤੇ ਅਸੀਂ ਵੀ ਉੱਥੇ ਪਹੁੰਚ ਜਾਂਦੇ ਆ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਕਹਿੰਦੇ ਬੜੇ ਸਵਾਦ ਲਏ ਉੱਥੇ ਲੀਡਰਾਂ ਨੇ, ਮਤਲਬ ਚਟਕਾਰੇ ਮਾਰ ਕੇ ਸਵਾਦ ਲਿੱਤੇ, ਕਿਉਂਕਿ ਬਹੁਤ ਇੱਕ ਮੁੱਦਾ ਉੱਠਦਾ ਹੈ SYL ਦਾ, ਵੀ SYL ਦੇ ਮੁੱਦੇ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬੋਲੇ। ਜਿਹੜੀ ਵਿਰੋਧੀ ਧਿਰ ਨੇ ਉਹ ਬਹੁਤ ਮਤਲਬ ਵੱਡੇ ਪੱਧਰ ਦੇ ਉੱਤੇ ਗੱਲ ਕਰਦੇ ਨੇ ਵੀ ਅਸੀਂ ਇਸ ਮੁੱਦੇ ਦੇ ਉੱਤੇ ਵੀ ਮਤਲਬ ਚਰਚਾ ਕੀਤੀ ਜਾਣੀ ਚਾਹੀਦੀ ਹੈ। ਸੋ ਅਮਨ ਅਰੋੜਾ ਜਿਹੜੇ ਨੇ ਉਹ ਗੱਲਬਾਤ ਜਦੋਂ ਕਰ ਰਹੇ ਸੀਗੇ, ਆਪਣਾ ਪੱਖ ਜਿਹੜਾ ਰੱਖ ਰਹੇ ਸੀਗੇ, ਬੜੇ ਮਤਲਬ ਚਟਕਾਰੇ ਲੈ ਕੇ ਮੇਰੀ ਗੱਲ ਵੀ ਸੁਣੋ ਜਰਾ, ਮੈਨੂੰ ਵੀ ਬੋਲ ਲੈਣ ਦਿਓ, ਕਿਉਂਕਿ ਪ੍ਰਤਾਪ ਬਾਜਵਾ ਨਹੀਂ ਸੀ ਬੋਲਣ ਦੇ ਰਹੇ ਅੱਜ ਕਿਸੇ ਨੂੰ ਵੀ। ਉਹ ਪੂਰੀ LOP ਦੀ ਭੂਮਿਕਾ ਦੇ ਵਿੱਚ ਸੀਗੇ। ਹਾਲਾਂਕਿ ਉਦੋਂ ਫਿਰ ਪੁੱਛ ਵੀ ਲਿਆ ਸੀ ਸਪੀਕਰ ਸਾਹਿਬ ਨੇ, ਪਹਿਲਾਂ ਤੁਸੀਂ LOP ਦੱਸੋ ਕੌਣ ਹੈ ਤੁਹਾਡਾ, ਫਿਰ ਮਤਲਬ ਬੋਲਿਓ ਤੁਸੀਂ। ਉਦੋਂ ਬਾਅਦ ਫਿਰ ਹਰਪਾਲ ਚੀਮਾ ਜਦੋਂ ਬੋਲਦੇ ਸੀਗੇ ਉਹਨਾਂ ਨੇ ਵੀ ਕਹਿਤਾ ਸਪੀਕਰ ਸਾਹਿਬ ਨੂੰ, ਕਹਿੰਦੇ ਸਪੀਕਰ ਸਾਹਿਬ ਪਹਿਲਾਂ ਇਹਨਾਂ ਨੂੰ ਪੁੱਛੋ ਵੀ ਤੁਹਾਡਾ LOP ਕੌਣ ਹੈ। ਲੈ ਦੇ ਕੇ ਮਤਲਬ ਜ਼ਖਮਾਂ ਤੇ ਨੂਨ ਛਿੜਕ ਕੇ ਦਿੱਤਾ ਵੀ LOP ਦੀ ਤਾਂ ਰੇਸ ਪਹਿਲਾਂ ਚੱਲੀ ਜਾਂਦੀ ਹੈ। ਪਰ ਅਮਨ ਅਰੋੜਾ ਕਹਿੰਦੇ ਵੀ SYL ਦੇ ਮੁੱਦੇ ਦੇ ਉੱਤੇ ਠੀਕ ਹੈ, ਅਸੀਂ ਅਪੀਲ ਕਰਦੇ ਹਾਂ ਸਪੀਕਰ ਸਾਹਿਬ ਨੂੰ ਇੱਕ ਸਪੈਸ਼ਲ ਜਿਹੜਾ ਸੈਸ਼ਨ ਆ ਉਹ SYL ਦੇ ਮੁੱਦੇ ਤੇ ਬਿਠਾਇਆ ਜਾਵੇ, ਤੇ ਅਸੀਂ ਫਿਰ ਇਹਨਾਂ ਨੂੰ ਪੁੱਛਾਂਗੇ, ਕਿਉਂਕਿ ਬਾਰ-ਬਾਰ ਨਾਨ ਸੀਰੀਅਸ ਡੇ ਵੀ ਵਿੱਚ ਚੱਲੀ ਜਾਂਦਾ ਸੀ, ਉਹਦੇ ਤੇ ਵੀ ਉਹ ਬੋਲ ਰਹੇ ਸੀ। ਤਾਂ ਉਹ ਕਹਿੰਦੇ ਵੀ 24 ਸਾਲ ਜਿਹੜਾ ਪੰਜਾਬ ਦੇ ਉੱਤੇ ਤੇ 26 ਸਾਲ ਕੇਂਦਰ ਦੇ ਵਿੱਚ ਕਾਂਗਰਸ ਨੇ ਰਾਜ ਕੀਤਾ, 24 ਦਿਨ ਹੋਏ ਨੇ ਹਾਲੇ ਤੱਕ ਕਹਿੰਦੇ ਵੀ ਸਾਡੀ ਸਰਕਾਰ ਬਣੀ ਨੂੰ, ਤੇ ਹੁਣ ਇਹ ਇਸ ਤਰੀਕੇ ਦੇ ਨਾਲ ਸਾਨੂੰ ਬੋਲੀ ਜਾਂਦੇ ਨੇ। ਔਰ ਮਤਾ 24 ਦਿਨ ਜਿਨ੍ਹਾਂ ਨੂੰ ਨਹੀਂ ਹੋਏ ਉਹੀ ਇਹ ਵਾਲਾ ਲੈ ਕੇ ਆਏ ਨੇ ਚੰਡੀਗੜ੍ਹ ਵਾਲਾ। ਇਸ ਤੋਂ ਪਹਿਲਾਂ ਬਹੁਤ ਕੁਝ ਕੇਂਦਰ ਸਰਕਾਰ ਕਰ ਚੁੱਕੀ, ਉਦੋਂ ਨਾ ਤਾਂ ਅਕਾਲੀ ਬੋਲੇ ਤੇ ਨਾ ਹੀ ਉਦੋਂ ਕਾਂਗਰਸ ਦੀ ਪਾਰਟੀ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਬੋਲੀ, ਕਿਉਂਕਿ ਕਿਸਾਨ ਖੇਤੀ ਕਾਨੂੰਨ ਜਿਹੜੇ ਲੈ ਕੇ ਆ ਰਹੇ ਸੀ ਉਹ ਵੀ ਕਾਂਗਰਸ ਟਾਈਮ ਤੇ ਸੀਗਾ, ਤਾਂ ਉਦੋਂ ਸਹੀ ਤਰੀਕੇ ਦੇ ਨਾਲ ਚੀਜ਼ਾਂ ਨਹੀਂ ਹੋਈਆਂ। ਸਪੈਸ਼ਲ ਸੈਸ਼ਨ ਜਿਹੜਾ ਉਹ ਸੱਦ ਲਿਆ ਜਾਵੇ। ਉਹ ਕਹਿੰਦੇ ਫਿਰ ਅਸੀਂ ਇਹਨਾਂ ਨੂੰ ਸਵਾਲ ਕਰਾਂਗੇ 24/3/76 ਨੂੰ ਕਾਂਗਰਸ ਨੇ ਜਿਹੜਾ ਨੋਟੀਫਿਕੇਸ਼ਨ ਸੀਗਾ SYL ਦਾ ਉਹ ਕਿਉਂ ਜਾਰੀ ਕੀਤਾ, 20/2/78 ਨੂੰ ਕਿਉਂ ਲੈਂਡ ਐਕੁਇਜ਼ੀਸ਼ਨ ਦਾ ਜਿਹੜਾ ਆਰਡਰ ਕੀਤਾ ਗਿਆ, 4/7/78 ਨੂੰ ਬਾਦਲ ਸਾਹਿਬ ਨੇ ਕਿਉਂ ਹਰਿਆਣਾ ਤੋਂ 3 ਕਰੋੜ ਰੁਪਏ ਲਏ, ਉਹਦੇ ਤੇ ਗੱਲ ਕਰਾਂਗੇ ਅਸੀਂ। 31/7/69 ਨੂੰ 79 ਨੂੰ ਹਰਿਆਣਾ ਤੋਂ ਕਿਉਂ 1 ਕਰੋੜ ਰੁਪਏ ਲਿਆ, ਉਹਦੇ ਤੇ ਅਸੀਂ ਗੱਲ ਕਰਾਂਗੇ। 31/12/81 ਨੂੰ ਟਰਾਈ ਪਾਰਟੀ ਦਾ ਐਗਰੀਮੈਂਟ ਕਿਉਂ ਕੀਤਾ, ਉਹਦੇ ਤੇ ਅਸੀਂ ਸਵਾਲ ਕਰਾਂਗੇ। 23/4/82 ਨੂੰ ਵਾਈਟ ਪੇਪਰ ਲਿਆਂਦਾ ਤੇ SYL ਦੀ ਸ਼ਲਾਘਾ ਕੀਤੀ ਖੁੱਲ੍ਹ ਕੇ ਤੇ ਵਾਹਵਾ ਕੀਤੀ, ਬਹੁਤ ਤਾਰੀਫਾਂ ਕੀਤੀਆਂ ਉਸ ਟਾਈਮ ਦੇ, ਤੇ ਉਹ ਕਿਉਂ ਕੀਤੀਆਂ। 4/7/75 ਨੂੰ ਰਾਜੀਵ ਲੌਂਗੋਵਾਲ 85 ਨੂੰ ਰਾਜੀਵ ਲੌਂਗੋਵਾਲ ਧੋਖਾ ਜਿਹੜਾ ਹੋਇਆ ਉਹ ਕਿਉਂ ਹੋਇਆ। 77 ਚ ਸੈਕਸ਼ਨ ਨੂੰ ਜਿਹੜਾ ਚੈਲੰਜ ਕੀਤਾ ਗਿਆ ਸੀਗਾ, ਤਾਂ ਦਰਬਾਰਾ ਸਿੰਘ ਜਿਹੜੇ ਨੇ ਉਸ ਟਾਈਮ CM ਸੀਗੇ, ਤਾਂ ਉਹਨਾਂ ਨੇ ਕੇਸ ਵਾਪਸ ਕਿਉਂ ਲਿਆ। ਕਹਿੰਦੇ ਹੋਰ ਵੀ ਉਹਨਾਂ ਨੇ 3-4 ਚੀਜ਼ਾਂ ਕਹੀਆਂ, ਕਹਿੰਦੇ ਸਾਰੇ ਸਵਾਲ ਅਸੀਂ ਇਹਨਾਂ ਨੂੰ ਉਸ ਸਪੈਸ਼ਲ ਸੈਸ਼ਨ ਦੇ ਵਿੱਚ ਪੁੱਛਾਂਗੇ। ਹੁਣ ਲਿਆਓ ਸੈਸ਼ਨ ਕਹਿ ਰਿਹਾ SYL ਦਾ, ਅਸੀਂ ਸਵਾਲ ਕਰਦੇ ਹਾਂ। ਹੁਣ ਕਹਿੰਦੇ ਵੀ 24 ਦਿਨ ਹੋਏ ਨਹੀਂ ਤੇ ਤੁਸੀਂ ਸਾਨੂੰ ਇੱਦਾਂ ਸਵਾਲ ਕਰਦੇ ਹੋ, ਇੱਦਾਂ ਤੁਸੀਂ ਸਾਨੂੰ ਘੇਰਦੇ ਹੋ, ਜਿਹੜਾ ਕੁਝ ਤੁਸੀਂ ਕੀਤਾ ਉਹਨੂੰ ਇਕੱਠਾ ਕਰਨ ਨੂੰ ਘੱਟੋ ਘੱਟ ਟਾਈਮ ਤਾਂ ਲੱਗੂਗਾ ਨਾ। ਦੇਖੋ ਗੱਲ ਇਹ ਹੈ ਕਿ ਅੱਜ ਪ੍ਰਗਟ ਸਿੰਘ ਬੋਲੇ ਨੇ ਕਿ ਜਿਹੜਾ ਤੁਸੀਂ ਸਪੈਸ਼ਲ ਸੈਸ਼ਨ ਸੱਦ ਲਿਆ, ਕਹਿੰਦੇ ਸਾਨੂੰ ਮੌਕਾ ਤਾਂ ਦਿਓ, ਸਾਨੂੰ ਫਾਈਲ ਤਾਂ ਦੇ ਦਿਓ, ਸਾਨੂੰ ਡਾਕੂਮੈਂਟ ਤਾਂ ਦੇ ਦਿਓ, ਅਸੀਂ ਜਿਹੜਾ ਸਟੱਡੀ ਕਰਕੇ ਆ ਜਾਈਏ ਕੀ ਕੁਝ ਚਾਹੀਦਾ। ਹਾਲਾਂਕਿ ਜਿਹੜਾ 50 ਕਿਲੋਮੀਟਰ ਦਾ ਦਾਇਰਾ ਵਧਾਉਣ ਦੀ ਗੱਲ ਸੀ BSF ਦੀ, ਉਸ ਵੇਲੇ 1.5 ਮਹੀਨੇ ਬਾਅਦ ਮੀਟਿੰਗ ਸੱਦੀ ਗਈ ਸੀ, ਆਲ ਪਾਰਟੀ ਮੀਟਿੰਗ, ਵਿਧਾਨ ਸਭਾ ਸੈਸ਼ਨ ਵੀ 1.5 ਮਹੀਨੇ ਬਾਅਦ। ਤੁਸੀਂ ਮਤਲਬ ਤੁਹਾਨੂੰ ਬੁਰਾ ਲੱਗ ਰਿਹਾ ਕਿ ਇੰਨੀ ਜਲਦੀ ਜਿਹੜਾ ਸੈਸ਼ਨ ਬੁਲਾ ਲਿਆ। ਦੂਜੇ ਪਾਸੇ ਸੁਖਜਿੰਦਰ ਰੰਧਾਵਾ ਕਹਿ ਰਹੇ ਨੇ ਕਿ ਜਿਹੜਾ ਮਤਾ ਪਾਸ ਕਰਨਾ, ਕਹਿੰਦਾ ਇਹ ਤਾਂ ਲੋਕਾਂ ਨੂੰ ਦਿਖਾਉਣ ਲਈ ਹੈ, ਇਹਦਾ ਫਾਇਦਾ ਫੁਦਾ ਕੋਈ ਨਹੀਂ। ਤੁਸੀਂ ਵੀ ਤਾਂ ਮਤਾ ਲਿਆਂਦਾ ਸੀ ਇੱਕ, ਜਿੱਥੇ ਤੁਸੀਂ ਕਿਹਾ ਸੀਗਾ ਵੀ ਅਸੀਂ ਪੰਜਾਬ ਵਾਸਤੇ ਜਿਹੜੇ ਖੇਤੀ ਕਾਨੂੰਨ ਨੇ ਉਹ ਅਸੀਂ ਪੰਜਾਬ 'ਚ ਲਾਗੂ ਨਹੀਂ ਕਰਨ ਦੇਵਾਂਗੇ, ਉਹਦਾ ਇੱਕ ਮਤਾ ਪਾਸ ਕੀਤਾ ਸੀਗਾ, ਉਹ ਵੀ ਫਿਰ ਦਿਖਾਉਣ ਵਾਸਤੇ ਹੀ ਸੀਗਾ। ਮਤਲਬ ਅਸੀਂ ਜੋ ਕਰੀਏ ਉਹ ਸਹੀ, ਜੇ ਕੋਈ ਹੋਰ ਕਰੇ ਤੇ ਉਹ ਗਲਤ। ਵੱਖਰੀ ਗੱਲ ਹੈ ਕਿ ਕਾਂਗਰਸ ਠੀਕ ਹੈ ਪਾਰਟੀ ਜਿਹੜੀ ਆ, ਉਹਨਾਂ ਨੇ ਵੀ ਫੈਸਲਾ ਕੀਤਾ, ਜਿਹੜਾ ਸਮਰਥਨ ਕੀਤਾ ਮਤਾ ਜਿਹੜਾ ਪਾਸ ਹੋਇਆ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ, ਖਹਿਰਾ ਸਾਹਿਬ ਕਹਿੰਦੇ ਵੀ ਮੋਦੀ ਸਾਹਿਬ ਦੇ ਘਰ ਦੇ ਬਾਹਰ ਧਰਨਾ ਲੱਗਣਾ ਚਾਹੀਦਾ ਹੈ। ਬਾਕੀ ਕਹਿੰਦੇ ਜੀ ਧਰਨੇ ਪ੍ਰਦਰਸ਼ਨ ਵੱਡੇ ਪੱਧਰ ਦੇ ਉੱਤੇ ਹੋਣੇ ਚਾਹੀਦੇ ਨੇ। ਆਲ ਪਾਰਟੀ ਮੀਟਿੰਗ ਸੱਦ ਲਈ ਗਈ ਹੈ, ਤ੍ਰਿਪਤ ਬਾਜਵਾ ਵੱਲੋਂ ਦੀ ਕਹਿ ਦਿੱਤਾ ਗਿਆ ਵੀ ਆਲ ਪਾਰਟੀ ਮੀਟਿੰਗ ਜਿਹੜੀ ਹੈ ਸੱਦੀ ਜਾਵੇ, ਤੇ ਹੁਣ ਸਾਰੇ ਇਕਜੁੱਟ ਹੋ ਕੇ ਅਸੀਂ ਇਹਦੇ ਲਈ ਲੜੀਏ। ਸੋ ਹੁਣ ਜੇ ਲੜਿਆ ਜਾਵੇਗਾ ਤਾਂ ਦੀ ਗੱਲ ਹੈ, ਪਰ ਇਹ ਸਾਰੇ ਦੇ ਵਿੱਚ ਹੁਣ ਉਲਟ-ਪੁਲਟ ਚੀਜ਼ਾਂ ਤਾਂ ਹੋ ਹੀ ਜਾਂਦੀਆਂ ਨੇ। ਨਹੀਂ, ਉਲਟ-ਪੁਲਟ ਚੀਜ਼ਾਂ ਵੀ ਹੁੰਦੀਆਂ, ਉਲਟ-ਪੁਲਟ ਬਿਆਨ ਵੀ ਅਕਸਰ ਕਿਉਂਕਿ ਦੇ ਦਿੰਦੇ ਨੇ ਸਿਆਸਤਦਾਨਾਂ ਦੀ। ਕੀ ਗੱਲ ਆਖੀਏ, ਕਈ ਵਾਰ ਅਸੀਂ ਵੀ ਉਲਟ-ਪੁਲਟ ਕਈ ਵਾਰ ਗੱਲਾਂ ਕਰ ਦਿੰਦੇ ਆ ਉਹ, ਪਰ ਉਸ ਦਾ ਤਰਕ ਹੁੰਦਾ ਹੈ, ਉਸ ਦਾ ਅਸੀਂ ਤਰਕ ਦੇ ਨਾਲ ਗੱਲ ਕਰਦੇ ਹਾਂ ਕਿ ਅਕਸਰ ਦੇ ਵਿੱਚ ਚੀਜ਼ ਕੀ ਹੈ, ਚੀਜ਼ ਦੀ ਸੱਚਾਈ ਕੀ ਹੈ। ਤੇ ਕਿਉਂਕਿ ਪੱਤਰਕਾਰਾਂ ਦਾ ਇੱਕ ਕਹਿ ਦਈਏ ਧਰਮ ਹੈ ਇਹ ਕਿ ਜਿਹੜੀ ਖਬਰ ਹੈਗੀ ਆ ਉਸਦੇ ਸਾਰੇ ਪੱਖ ਸਟੱਡੀ ਕਰਕੇ ਦਰਸ਼ਕਾਂ ਤੱਕ ਪਹੁੰਚਾਓ। ਬਾਅਦ ਦੇ ਵਿੱਚ ਦਰਸ਼ਕ ਕੀ ਸੋਚਦੇ ਨੇ, ਦਰਸ਼ਕਾਂ ਦੀ ਕੀ ਗੱਲ ਆ ਰਹੀ ਹੈ, ਪ੍ਰਤੀਕਿਰਿਆ ਕੀ ਆ ਰਹੀ ਹੈ, ਉਹ ਵੀ ਅਸੀਂ ਜਾਣਦੇ ਹਾਂ। ਤਾਂ ਕਿ ਕਿਉਂਕਿ ਤਬਕੇ ਵੱਖ-ਵੱਖ ਹੁੰਦੇ ਨੇ, ਵੱਖ-ਵੱਖ ਤਬਕਿਆਂ ਦੇ ਲੋਕ ਜਦੋਂ ਚਰਚਾ ਕਰਦੇ ਨੇ ਤਾਂ ਸਿੱਟਾ ਕੁਝ ਹੋਰ ਨਿਕਲਦਾ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਹਾਂ, ਸਾਡੀ ਗੱਲਾਂ ਦਾ ਸਿੱਟਾ ਕੁਝ ਹੋਰ ਨਿਕਲਦਾ। ਦਰਸ਼ਕਾਂ ਤੱਕ ਕੀ ਪਤਾ ਹੁੰਦਾ ਕਿ ਕੋਈ ਦਰਸ਼ਕ ਕੁਝ ਗਲਤ ਸੋਚ ਲਵੇ, ਫਿਰ ਗਾਲਾਂ ਵੀ ਪੈਂਦੀਆਂ ਨੇ ਕਮੈਂਟ ਬਾਕਸ ਦੇ ਵਿੱਚ ਕਿ ਭਾਈ ਸਾਹਿਬ ਆਹ ਕੀ ਬੋਲ ਰਹੇ ਨੇ, ਬਹੁਤ ਗਲਤ ਬੋਲ ਰਹੇ ਨੇ, ਗਾਲਾਂ ਵੀ ਪੈਂਦੀਆਂ ਨੇ। ਇਹ ਨਹੀਂ ਕਿ ਗਾਲਾਂ ਨਹੀਂ ਪੈਂਦੀਆਂ,
ਪਰ ਗਾਲਾਂ ਨੂੰ ਅਸੀਂ ਪੋਜ਼ਿਟਿਵ ਹੀ ਲੈਂਦੇ ਆ, ਕਿਉਂਕਿ ਸਾਡੇ ਹੋਰ ਜਿਹੜੇ ਮਿੱਤਰ ਪਿਆਰੇ ਨੇ ਉਹ ਜਵਾਬ ਦੇ ਦਿੰਦੇ ਨੇ ਕਈ ਵਾਰ ਸਾਨੂੰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਪਹਿਲਾਂ ਪ੍ਰੋਫਾਈਲ ਦੇਖੀ ਕਿਹੜੀ ਹੈ, ਫਿਰ ਪ੍ਰੋਫਾਈਲ ਜਦ ਦਿਖਦੀ ਹੈ ਫਿਰ ਬੰਦਾ ਬੋਲਣ ਜੋਗਾ ਨਹੀਂ ਹੁੰਦਾ। ਚਲੋ ਛੱਡੋ, ਇਹ ਸਾਰਿਆਂ ਦੀ ਆਪਣੀ ਆਪਣੀ ਬਿਆਨਬਾਜ਼ੀ ਹੈ, ਕੋਈ ਵੀ ਕਿਵੇਂ ਵੀ ਬਿਆਨਬਾਜ਼ੀ ਕਰ ਸਕਦਾ। ਸੋਸ਼ਲ ਮੀਡੀਆ ਦਾ ਸ਼ਾਇਦ ਇਹੀ ਇੱਕ ਫਾਇਦਾ ਹੈ ਕਿ ਲੋਕ ਆਪਣੇ ਦਿਲ ਦੀ ਭੜਾਸ ਕੱਢ ਸਕਦੇ ਨੇ ਸੋਸ਼ਲ ਮੀਡੀਆ ਦੇ ਉੱਤੇ। ਮਤਲਬ ਕੀ ਹੋਇਆ, ਉਹ ਪਤਾ ਕੀ ਗੱਲ ਇਹ ਹੈ ਕਿ ਚਰਚਾ ਜਿਹੜੀ ਹੈ, ਚਰਚਾ ਹਰੇਕ ਪੱਖ ਦੀ ਹੋਣੀ ਚਾਹੀਦੀ ਹੈ। ਪੱਖ ਸਾਡੇ ਵੀ ਪੱਖ ਨੇ, ਸਾਡੇ ਪੱਖ ਵੀ ਸੁਣ ਲਿਆ ਕਰੋ। ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿੰਦੇ ਹੋ ਕਿ ਬਈ ਆਹ ਭਾਈ ਸਾਹਿਬ ਗਲਤ ਬੋਲ ਰਹੇ ਨੇ, ਚਲੋ ਇੰਨਾ ਤੱਕ ਠੀਕ ਆ। ਜਦੋਂ ਤੁਸੀਂ ਗਾਲਾਂ ਕੱਢਦੇ ਹੋ ਨਾ, ਚਲੋ ਛੱਡੋ ਗਾਲਾਂ ਦੀ ਗੱਲ, ਉਹ ਗਾਲਾਂ ਬਹੁਤ ਤੁਸੀਂ ਅਸਭਿਅਕ ਕੱਢਦੇ ਹੋ। ਵੈਸੇ ਸਭਿਅਕ ਗਾਲ ਕੋਈ ਹੁੰਦੀ ਵੀ ਨਹੀਂ ਹੈਗੀ, ਗਾਲਾਂ ਸਾਰੀਆਂ ਹੀ ਸਭਿਅਕ ਹੁੰਦੀਆਂ ਨੇ। ਚਲੋ ਜੀ, ਗੱਲ ਸਾਡੀ ਚੱਲ ਰਹੀ ਸੀ ਵਿਧਾਨ ਸਭਾ ਦੀ। ਚਲੋ ਹੱਸ ਲਓ ਪਹਿਲਾਂ ਥੋੜਾ ਜਿਹਾ, ਕਿਉਂਕਿ ਉਲਟ ਪੁਲਟ ਗੱਲਾਂ ਨੇ। ਮੈਨੂੰ ਲੱਗਦਾ ਬ੍ਰੇਕ ਦਾ ਸਮਾਂ ਵੀ ਹੋ ਗਿਆ, ਬ੍ਰੇਕ ਤੋਂ ਬਾਅਦ ਅਸੀਂ ਆਈਏ, ਫਿਰ ਤੁਸੀਂ ਹੱਸ ਲਿਓ ਇੰਨੀ ਦੇਰ। ਚਲੋ ਜੀ, ਉਲਟ ਪੁਲਟ ਮੁੱਦੇ ਮਸਲੇ ਬਹੁਤ ਨੇ, ਵਿਚਾਰੇ ਵੀ ਜਾ ਰਹੇ ਨੇ। ਸਮਾਂ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟ। ਰੰਧਾਵਾ ਸਾਹਿਬ, ਕੀ ਹੋਇਆ? ਅਖਬਾਰ ਹੀ ਨਹੀਂ ਛੱਡ ਰਹੇ ਅੱਜ ਤੁਸੀਂ। ਟੋਲ ਪਲਾਜ਼ਿਆਂ ਤੇ ਨਵੀਆਂ ਦਰਾਂ ਲਾਗੂ। ਅੱਛਾ, ਕਿੱਥੇ ਕਿੱਥੇ? ਜਿੰਨੇ ਵੀ ਕੌਮੀ ਮਾਰਗ ਨੇ 10 ਤੋਂ 18% ਵਾਧਾ ਹੋ ਗਿਆ ਜੀ। ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ ਹੈ। ਗੱਡੀ ਦਾ ਕੀ ਕਰੀਏ ਫਿਰ? ਭੇਜ ਦੋ। ਸਾਈਕਲ ਤੇ ਲੈਣ ਨੂੰ ਕਹਿੰਦੇ ਹੋ ਤੁਸੀਂ? ਸਹੀ ਗੱਲ ਹੈ। ਸਾਈਕਲ ਦੇ ਫਾਇਦੇ ਵੀ ਗਿਣਾ ਦਿਓ, ਕਿਉਂਕਿ ਜਦੋਂ ਇਦਾਂ ਦਾ ਪੈਟਰੋਲ ਡੀਜ਼ਲ ਮਹਿੰਗੇ ਹੁੰਦੇ ਬੜੇ ਲੀਡਰ ਹੁੰਦੇ ਜਿਹੜੇ ਫਿਰ ਸਾਈਕਲਾਂ ਦੇ ਫਾਇਦੇ ਗਿਣਾਉਂਦੇ ਹੁੰਦੇ ਆ ਵੀ ਸਾਈਕਲ ਸਿਹਤ ਲਈ ਬਹੁਤ ਚੰਗੀ ਹੈ। ਬਹੁਤ ਸਾਰੇ ਲੀਡਰ ਫਿਰ ਆਪਣੇ ਆਪਣੇ ਦਫ਼ਤਰ ਸਾਈਕਲਾਂ ਤੇ ਜਾਂਦੇ ਹੁੰਦੇ ਆ। ਆਉਣ ਵਾਲੇ ਹੀ ਆ ਮੇਰੇ ਖਿਆਲ ਨਾਲ ਦਿਨ। ਉਹ ਇੱਕ ਵਾਰ ਦੀ ਗੱਲ ਆ, ਮੈਂ ਪੈਟਰੋਲ ਪੰਪ ਤੇ ਏਦਾਂ ਗੱਡੀ ਦੇ ਵਿੱਚ ਤੇਲ ਪਵਾ ਰਹੇ ਸੀ ਅਸੀਂ। ਇੱਕ ਬੀਬਾ ਜੀ ਆਪਣੀ ਗੱਡੀ ਲੈ ਕੇ ਸਾਨੂੰ ਰੋਕਿਆ ਏਦਾਂ, ਭਾਈ ਸਾਹਿਬ ਆ ਫਲਾਣਾ ਪਿੰਡ ਹੈਗਾ, ਅੱਗੇ ਟੋਲ ਪੈਂਦਾ, ਕੋਈ ਰਾਹ ਹੈਗਾ ਕਿ ਮੈਂ ਟੋਲ ਤੋਂ ਨਾ ਗੁਜ਼ਰਾਂ, ਵਿੱਚੋਂ ਪਿੰਡਾਂ 'ਚ ਹੀ ਨਾ ਕਿਤੇ। ਹੁਣ ਸਾਰਿਆਂ ਨੂੰ ਰਸਤੇ ਦੱਸਣੇ ਬਣੇ, ਮੈਨੂੰ ਲੱਗਦਾ ਲੱਭਣੇ ਬਣੇ ਆ ਸਾਰਿਆਂ ਨੂੰ। ਗੂਗਲ ਮੈਪ ਨੂੰ ਦਰਖਾਸਤ ਕਰਦੇ ਆ ਜਿਹੜੇ ਗੂਗਲ ਚਲਾਉਂਦੇ ਨੇ ਅਥਾਰਟੀਜ਼, ਕਿ ਬਈ ਮੈਪ ਦੇ ਵਿੱਚ ਜ਼ਰੂਰ ਐਦਾਂ ਦਾ ਰਾਹ ਜ਼ਰੂਰ ਦੱਸਿਆ ਜਾਵੇ ਕਿ ਇਹ ਟੋਲ ਤੋਂ ਬਗੈਰ ਹੋ ਕੇ ਗੁਜ਼ਰਦਾ, ਇੱਧਰੋਂ ਨਿਕਲ ਲਓ ਤੁਸੀਂ। ਨਹੀਂ, ਮੈਨੂੰ ਇਹ ਦੱਸੋ ਕਿ ਜਿਹੜੇ ਟੋਲ ਦੀ ਦਰਾਂ ਵਧਾਈਆਂ ਨੇ, ਜਿਹੜੀਆਂ ਸੜਕਾਂ ਟੁੱਟੀਆਂ ਸੀਗੀਆਂ, ਜਿਹੜੇ ਟੋਲ ਦੇ ਨੇੜੇ ਵੀ ਜਿੱਥੇ ਖੱਡੇ ਖੁੱਡੇ ਪਏ ਹੁੰਦੇ ਸੀਗੇ, ਟੋਲ ਪਲਾਜ਼ਿਆਂ ਦੀ ਹਾਲਤਾਂ ਜਿਨ੍ਹਾਂ ਦੀਆਂ ਮਾੜੀਆਂ ਹੋਈਆਂ ਹੁੰਦੀਆਂ ਸੀ, ਜਿਨ੍ਹਾਂ ਦੇ ਉਹ ਇਦਾਂ ਕਰਕੇ ਚੱਕਦੇ ਹੁੰਦੇ ਤੇ ਉਹ ਵੀ ਨਹੀਂ ਉੱਠਦੇ ਹੁੰਦੇ ਸੀਗੇ, ਸਾਰੇ ਸੈੱਟ ਹੋ ਗਏ। ਉਹ ਸੈੱਟ ਤਾਂ ਨਹੀਂ ਹੋਏ ਹੈਗੇ, ਪਰ ਸੈੱਟ ਕਰਨ ਨੂੰ ਵਧਾਤੇ ਪਤਾ ਨਹੀਂ, ਸ਼ਾਇਦ ਕਿਉਂਕਿ ਹਰੇਕ ਸਾਲ ਦਰਾਂ ਦੇ ਵਿੱਚ ਵਾਧਾ ਹੁੰਦਾ, ਇਸ ਸਾਲ ਵੀ ਹੋਇਆ। ਫਿਰ ਇਹ ਵਾਲੀ ਦਰ 'ਚ ਵੀ ਵਾਧਾ ਕਰਿਆ ਕਰੋ ਨਾ। ਇਹ ਵਾਲੇ ਦਰ 'ਚ ਨਹੀਂ ਨਾ ਵਾਧਾ ਕਰ ਸਕਦੇ, ਪੰਗਾ ਤਾਂ ਆਹੀ ਹੈ, ਤਾਂ ਹੀ ਤਾਂ ਰੋਣਾ। ਆਮ ਲੋਕ ਕਿਉਂ ਪਰੇਸ਼ਾਨ ਨੇ? ਇਸੇ ਗੱਲ ਕਰਕੇ ਤਾਂ ਪਰੇਸ਼ਾਨ ਨੇ, ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ। ਮਤਲਬ ਯਹੀ ਜ਼ਮੀਨ ਮੇ ਗੜ ਜਾਊਂ ਮੈਂ। ਉਹੀ ਤਾਂ ਗੱਲ ਆ, ਦੇਖ ਲਓ ਮਹਿੰਗਾਈ, ਮਤਲਬ ਸਾਰਾ ਕੁਝ ਮਹਿੰਗਾ ਕਰ ਦੋ। ਮਹਿੰਗਾਈ ਵਧੀਆ, ਦੇਖੋ ਇੰਨਾ ਪੈਟਰੋਲ ਦੀ ਖਪਤ ਨਹੀਂ ਹੁੰਦੀ ਜਿੰਨੀ ਟੋਲ ਪਲਾਜ਼ਾ ਤੋਂ ਲੰਘਦੇ ਹਾਂ ਅਸੀਂ, ਉਹਦੀ ਕੀਮਤ ਚੁਕਾਣੀ ਪੈ ਜਾਂਦੀ ਹੈ। ਹੁਣ ਮੰਨ ਕੇ ਚੱਲੋ ਕਿ ਅਸੀਂ ਸੂਬੇ ਦੇ ਵਿੱਚ ਹੀ ਘੁੰਮਣਾ, ਚਲੋ ਪੈਟਰੋਲ ਲੱਗਣਾ ਤੁਹਾਡਾ 2000 3000 ਦਾ, 2000 ਦੇ ਟੋਲ ਦੀਆਂ ਪਰਚੀਆਂ ਇਕੱਠੀਆਂ ਕਰ ਲੈਣਾ ਤੁਸੀਂ। ਇਹ ਕਿੱਥੋਂ ਤੱਕ ਮਤਲਬ ਜਾਇਜ਼ ਹੈ? ਦੇਖੋ ਅਸੀਂ ਇਹਨੂੰ ਲੁੱਟੀ ਕਹਾਂਗੇ, ਕਿਉਂਕਿ ਆਮ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਪੈਂਦਾ, ਅਸੀਂ ਲੁੱਟੀ ਕਹਾਂਗੇ। ਬੇਸ਼ੱਕ ਤੁਸੀਂ ਕਹਿ ਲਓ ਕਿ ਹਾਈਵੇ ਰਿਪੇਅਰ ਕਰਨ ਲਈ ਪੈਸੇ ਲਏ ਜਾਂਦੇ ਨੇ, ਕਿਉਂਕਿ ਟੈਕਸ ਤਾਂ ਰੋਡ ਟੈਕਸ ਤਾਂ ਜਦੋਂ ਅਸੀਂ ਵਾਹਨ ਲੈਂਦੇ ਆ ਉਸ ਵੇਲੇ ਵੀ ਦਿੰਦੇ ਆ। ਬਿਲਕੁਲ ਸਹੀ ਗੱਲ, ਮਤਲਬ ਟੈਕਸ ਤਾਂ ਮਤਲਬ ਸ਼ੁਰੂ ਹੋ ਜਾਂਦੇ, ਤੁਸੀਂ ਚੀਨੀ ਖਾ ਲਓ, ਤੁਸੀਂ ਚਾਹ ਪੱਤੀ ਲੈ ਲਓ, ਤੁਸੀਂ ਕੁਝ ਹੋਰ ਲੈ ਲਓ, ਹਰ ਛੋਟੀ ਤੋਂ ਛੋਟੀ, ਤੁਸੀਂ ਇੱਕ ਜੁਰਾਬ ਲੈਣੀ ਆ ਤੁਸੀਂ ਉਹਦੇ ਤੇ ਵੀ ਟੈਕਸ ਪੇ ਕਰਦੇ ਹੋ। ਕੱਲੀ ਚੀਜ਼ ਤੇ, ਟੁੱਥ ਬਰਸ਼ ਤੋਂ ਲੈ ਕੇ ਪਾਉਣ ਦੇ ਕੱਪੜਿਆਂ ਤੱਕ, ਨਹਾਉਣ ਤੱਕ, ਸਾਬਣ ਤੱਕ, ਹਰ ਚੀਜ਼ ਤੇ ਟੈਕਸ ਹੈ। ਪਰ ਫਿਰ ਵੀ ਇਹਨਾਂ ਦੇ ਖਜ਼ਾਨੇ ਨਹੀਂ ਭਰਦੇ, ਮਤਲਬ ਰੱਜ ਦੇ ਕਹਿਣ ਲੱਗੇ ਖਜ਼ਾਨੇ ਨਹੀਂ ਭਰਦੇ ਇਹਨਾਂ ਦੇ। ਨਹੀਂ, ਪਰ ਹੁਣ ਜਿਹੜੇ ਵਿੱਤ ਮੰਤਰੀ ਨੇ ਪੰਜਾਬ ਦੇ, ਉਹ ਕਹਿੰਦੇ ਖਜ਼ਾਨੇ ਖਾਲੀ ਨਹੀਂ ਹੋਣ ਦਿਆਂਗੇ ਅਸੀਂ। ਪਰ ਪਿੱਛੇ ਜਿਹੜੇ ਹੁਣ ਮੁੱਖ ਮੰਤਰੀ ਬਣੇ ਨੇ ਪੰਜਾਬ ਦੇ, ਭਗਵੰਤ ਮਾਨ, ਉਹ ਕਹਿੰਦੇ ਜੇ ਖਜ਼ਾਨਾ ਖਾਲੀ ਉਹਨੂੰ ਪੀਪਾ ਕਿਉਂ ਨਹੀਂ ਕਹਿੰਦੇ? ਤੁਸੀਂ ਕੀ ਕਹੋਗੇ, ਪੀਪਾ ਖਾਲੀ ਨਹੀਂ? ਇਹ ਸੁਣਨ ਨੂੰ ਵੀ ਅਜੀਬ ਲੱਗਦਾ ਹੈ ਨਾ। ਮੈਨੂੰ ਸਮਝ ਨਹੀਂ ਆਉਂਦੀ, ਲੋਕੀ ਬਥੇਰੇ, ਚਲੋ ਲੋਕੀ ਮਜ਼ਾਕ ਕਰਦੇ ਰਹਿੰਦੇ ਹੁੰਦੇ ਆ, ਪਰ ਜਿਸ ਹਿਸਾਬ ਦੇ ਨਾਲ ਰੇਟ ਵੱਧ ਰਹੇ ਨੇ ਨਾ, ਦਿਨ ਕੁਝ ਹੋਰ ਹੀ ਆ ਜਾਣੇ ਮੈਨੂੰ ਲੱਗਦਾ। ਮੈਨੂੰ ਇੰਜ ਪ੍ਰਤੀਤ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਲੋਕਾਂ ਨੇ ਹੁਣ ਮੋਰਚੇ ਲਾਣੇ ਸ਼ੁਰੂ ਕਰ ਦੇਣੇ ਆ। ਤੁਸੀਂ ਏਦਾਂ ਕਰੋ, ਤੁਸੀਂ ਜ਼ਮੀਨ ਮਤਲਬ ਵਧੀਆ, ਜੇ ਨਹੀਂ ਦੇਖਣੀ ਕਿਤੇ ਤਾਂ ਬੇਸ਼ੱਕ ਆਪਣੇ ਘਰ ਦੇ ਵਿੱਚ ਹੀ ਜਿੰਨੇ ਕੁ ਚੀਜ਼ਾਂ ਹੈਗੀਆਂ ਉਹ ਤਾਂ ਹੈਗੀਆਂ ਹੀ ਆ। ਗੈਸ ਚੁੱਲ੍ਹਾ ਕੱਢੋ ਬਾਹਰ, ਉਹਦੀ ਜਗ੍ਹਾ ਤੁਸੀਂ ਜਾਂ ਤਾਂ ਸਟੋਵ ਲੈ ਲਓ, ਜੇ ਖੁੱਲਾ ਹੈਗਾ ਤਾਂ ਉਹਦੀ ਜਗ੍ਹਾ ਜਿਹੜੇ ਉਹ ਮਿੱਟੀ ਦੇ ਹੁੰਦੇ ਆ, ਜਿਹੜੇ ਪਿੰਡਾਂ 'ਚ ਹੁੰਦੇ ਆ ਜਿਹੜੇ ਚੁੱਲ੍ਹੇ, ਉਹ ਬਾਲ ਲਓ ਤੁਸੀਂ। ਗੱਡੀ ਦੀ ਜਗ੍ਹਾ ਤੁਸੀਂ ਸਾਈਕਲ ਲੈ ਹੀ ਲਓਗੇ। ਏਸੀ ਛੱਡ ਦਿਓ ਤੁਸੀਂ, ਜਿਹੜੇ ਤੁਹਾਡੇ ਕੋਲ ਫਰਿੱਜ ਨੇ ਉਹ ਛੱਡ ਦਿਓ ਤੁਸੀਂ, ਕਿਉਂਕਿ ਮਿੱਟੀ ਦੇ ਘੜੇ ਦੇ ਵਿੱਚ ਕਹਿੰਦੇ ਪਾਣੀ ਠੰਡਾ ਵੀ ਰਹਿੰਦਾ ਤੇ ਉਹਦੇ 'ਚ ਹੋਰ ਵੀ ਬਹੁਤ ਸਾਰੇ ਮਿਨਰਲ ਵਿਟਾਮਿਨ ਚੱਲ ਜਾਂਦੇ ਆ, ਤੇ ਉਹ ਰੱਖ ਲਓ ਤੁਸੀਂ। ਤੇ ਉਹ ਪੁਰਾਣਾ ਟਾਈਮ ਵਾਪਸ ਲਿਆਓ। ਏਸੀ ਉਸੀ ਕੱਢ ਕੇ ਉਹ ਪੱਖੀਆਂ ਹੁੰਦੀਆਂ ਸੀਗੀਆਂ ਪਹਿਲਾਂ, ਉਹ ਪੱਖੀਆਂ ਲਿਆਓ। ਬੈੱਡ ਕੱਢ ਦਿਓ, ਇੰਨੇ ਮਹਿੰਗੇ ਕੀ ਕਰਨੇ ਆ, ਮੰਜੇ ਲਿਆਓ,
ਮਤਲਬ ਵਧਾਏ ਤਾਂ ਤੁਸੀਂ ਆਪ ਹੀ ਹੈ, ਅਗਲੇ ਨੂੰ ਤਾਂ ਮੌਕਾ ਮਿਲ ਹੀ ਜਾਂਦਾ। ਹੁਣ ਉਹੀ ਪੱਖੀਆਂ ਗੱਲ ਦਾ ਹੈ ਨਾ ਕਿੰਨਾ ਕਿ ਕੁ ਰੇਟ ਵਧਾ ਦੇਣਗੇ? ਆਮ ਲੋਕ ਤਰੱਕੀ ਨਹੀਂ ਕਰ ਸਕਦੇ। ਨਹੀਂ ਮੈਨੂੰ ਇਹ ਦੱਸੋ ਨਾ, ਪੱਖੀਆਂ ਦੇ ਕਿੰਨੇ ਕੁ ਰੇਟ ਵਧਾ ਦੇਣਗੇ? ਏਸੀ ਦੇ ਤੇ ਚੱਲ ਵਧਾ ਦੇਣਗੇ। ਨਹੀਂ ਪੱਖੀਆਂ ਵੀ ਪਤਾ ਕੀ ਗੱਲ ਹੈ, ਪੱਖੀਆਂ ਦਰਅਸਲ ਜ਼ਿਆਦਾਤਰ ਹੱਥਾਂ ਨਾਲ ਹੀ ਬਣਦੀਆਂ ਨੇ, ਹੈਂਡਮੇਡ ਪੱਖੀਆਂ। ਉਹ ਤਾਂ ਹੀ ਕਹਿੰਦੀ ਹੈ ਵੀ ਲੋਕ ਘਰੇ ਬਣਾ ਲਿਆ ਕਰਨਗੇ, ਜੇ ਕਿਤੇ ਬਾਹਰੋਂ ਵੀ ਕਿਸੇ ਨੇ ਖਰੀਦਣੀ ਹੋਊਗੀ ਜਿਹਨੂੰ ਨਹੀਂ ਆਂਦੀ ਹੋਊਗੀ। ਨਹੀਂ ਤਾਂ ਜੇ ਪੱਖੀ ਨਹੀਂ ਹੈਗੀ ਫਿਰ ਅਖਬਾਰ ਤਾਂ ਹੈਗੇ ਹੀ ਨੇ ਭਾਈ, 5 ਰੁਪਏ ਦਾ ਅਖਬਾਰ ਆ ਲੋ, ਦੇਖੋ ਕਾ ਠੰਡੀ ਠੰਡੀ ਹਵਾ ਆਉਂਦੀ, ਹਾਲਾਂਕਿ ਏਸੀ ਚੱਲ ਰਿਹਾ ਹੈ। ਮਤਲਬ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਪੁਰਾਣਾ ਟਾਈਮ ਵਾਪਸ ਆ ਜਾਣਾ, ਜਦੋਂ ਸਰਕਾਰ ਫਿਰ ਇਹ ਸੋਚਿਆ ਕਰੂਗੀ ਵੀ ਹੁਣ ਅਸੀਂ ਟੈਕਸ ਲਾ ਦਈਏ ਕਾਦੇ ਤੇ। ਬਿਲਕੁਲ ਸਹੀ ਗੱਲ ਹੈ, ਜਗ੍ਹਾ ਹੀ ਨਹੀਂ ਬਚੀ ਟੈਕਸ ਲਾਉਣ ਦੀ। ਉਹੀ ਗੱਲ ਹੈ ਕਿ ਅਸੀਂ ਜਦੋਂ ਬਜ਼ੁਰਗਾਂ ਨਾਲ ਬਹਿ ਕੇ ਗੱਲ ਕਰਦੇ ਹਾਂ ਘਰ ਦੀ, ਜਾਂ ਫਿਰ ਗੱਲ ਕਰੀਏ ਕਿ ਕਿੰਨਾ ਕੁ ਤੁਸੀਂ ਤਬਦੀਲੀ ਕਿੰਨੀ ਕੁ ਦੇਖੀ ਹੈ ਸਮਾਜ ਦੇ ਵਿੱਚ, ਜਾਂ ਫਿਰ ਦੁਨੀਆ ਦੇ ਵਿੱਚ ਤਬਦੀਲੀ ਕੀ ਦੇਖੀ ਹੈ, ਉਹ ਇੱਕੋ ਗੱਲ ਆਖਦੇ ਨੇ, ਭਾਈ ਸਾਡੇ ਵੇਲੇ ਤਾਂ ਸਾਈਕਲਾਂ ਤੇ ਹੁੰਦੇ ਸੀ, ਅੱਜ ਕੱਲ ਤਾਂ ਗੱਡੀਆਂ ਪੀ ਪੀ ਹਾਰਨ ਕਿੰਨੇ ਵੱਜਦੇ ਨੇ, ਕੰਨਾਂ ਦੇ ਵਿੱਚ ਆ ਕੇ ਆਵਾਜ਼ ਵੱਜਦੀ ਹੈ, ਬਹੁਤ ਪਰੇਸ਼ਾਨੀ ਹੁੰਦੀ ਹੈ। ਸਾਡੇ ਵੇਲੇ ਤਾਂ ਇੱਕਾ ਦੁੱਕਾ ਕਿਸੇ ਕੋਲ ਹੁੰਦੀ ਸੀ, ਉਹ ਲੂਨਾ ਕਹਿ ਦਿੰਦੇ ਆ ਜਿਹਨੂੰ, ਉਹ ਲੂਨਾ ਹੁੰਦੀ ਸੀ ਕਿਸੇ ਕੋਲ, ਇੱਕ ਅੱਧੇ ਕੋਲ ਗੱਡੀ ਹੁੰਦੀ ਸੀ, ਇੱਕ ਅੱਧੇ ਕੋਲ। ਅੱਜ ਕੱਲ ਤਾਂ ਹਰੇਕ ਗੱਡੀ ਚੱਕੀ ਫਿਰਦਾ, ਮੋਪੜਾਂ ਚੱਲਦੀਆਂ ਸੀ। ਹਾਂ ਮੋਪੜਾਂ ਚੱਲਦੀਆਂ ਸੀਗੀਆਂ, ਹਰੇਕ ਸਾਰਿਆਂ ਕੋਲੇ ਅੱਜ ਕੱਲ ਵਾਹਨ ਨੇ। ਕਹਿੰਦੇ ਬਹੁਤ ਤਬਦੀਲੀ ਆ ਗਈ, ਕਹਿੰਦੇ ਨਾਲ ਦੀ ਨਾਲ ਸਮਾਂ ਕਹਿੰਦੇ ਬਹੁਤ ਬਲਵਾਨ ਹੁੰਦਾ ਹੈ। ਸਮਾਂ ਜਿਸ ਹਿਸਾਬ ਨਾਲ ਵੱਧ ਰਿਹਾ ਅੱਗੇ, ਉਸ ਹਿਸਾਬ ਨਾਲ ਮਹਿੰਗਾਈ ਵੀ ਅੱਗੇ ਵਧੀ ਜਾ ਰਹੀ ਹੈ। ਚਲੋ ਮੈਂ ਆਪਣੀ ਕਹਾਣੀ ਦੱਸਦਾ ਤੁਹਾਨੂੰ, ਇੱਕ ਮੁੱਦੇ ਤੇ ਆਵਾਂਗੇ, ਮਹਿੰਗਾਈ ਕਿਸ ਤਰ੍ਹਾਂ ਵਧੀ ਹੈ, ਮਹਿੰਗਾਈ ਦੀ ਗੱਲ ਕਰਦੇ ਹਾਂ। ਤੁਸੀਂ ਕੱਲ ਦੱਸਿਆ ਤਾਂ ਸੀਗਾ, ਤੁਸੀਂ ਗੱਲ ਕਰਦੇ ਹੁੰਦੇ ਸੀਗੇ ਮਹਿੰਗਾਈ ਦੀ, ਤੇ ਮਹਿੰਗਾਈ ਦੀ ਉਮਰ ਵੱਧ ਜਾਂਦੀ ਹੈ। ਅੱਛਾ, ਉਹ ਚੀਜ਼ ਉਹ ਵੀ ਹੈਗੀ ਹੈ ਵੈਸੇ। ਚਲੋ ਦੇਖੋ ਮਹਿੰਗਾਈ ਤਾਂ ਵੱਧ ਹੀ ਰਹੀ ਹੈ, ਇਸ ਦੇ ਵਿੱਚ ਕੋਈ ਦੁਰਾਈ ਨਹੀਂ ਹੈਗੀ, ਪਰ ਇੱਕ ਗੱਲ ਇਹ ਹੈ, ਮੈਨੂੰ ਨਾ ਸਮੋਸੇ ਬੜੇ ਪਸੰਦ ਸੀਗੇ ਬਚਪਨ ਦੇ ਵਿੱਚ। ਲੱਗਦਾ ਉਹ ਤਾਂ ਦੇਖ ਕੇ। ਹਾਂ ਮੈਨੂੰ ਅੱਜ ਵੀ ਬਹੁਤ ਪਸੰਦ ਨੇ, ਪਰ ਬਚਪਨ ਦੇ ਵਿੱਚ ਜ਼ਿਆਦਾ ਸੀਗੇ। ਉਸ ਵੇਲੇ 2 ਰੁਪਏ ਦਾ ਇੱਕ ਸਮੋਸਾ ਹੁੰਦਾ ਸੀ। ਹਾਂ, ਮੈਂ 5 ਰੁਪਏ ਲੈਣੇ ਘਰ ਤੋਂ, ਉੱਥੇ ਦੁਕਾਨ ਤੇ ਬਹਿ ਕੇ ਖਾਣੇ, ਨਾਲ ਇੰਨੀ ਕੁ ਕੋਲੀ 'ਚ ਚਟਨੀ ਪਾ ਕੇ ਦਿੰਦੇ ਸੀ ਲਾਲ ਰੰਗ ਦੀ, ਚਟਨੀ ਬੜੀ ਸਵਾਦ ਹੁੰਦੀ ਸੀ। ਬਹਿ ਕੇ ਖਾਣੇ, 5 ਰੁਪਏ ਦੇਣੇ, 1 ਰੁਪਇਆ ਬਚਣਾ ਉਹਦਾ ਜਿਹੜਾ, ਉਹ ਬੂੰਦੀ ਲੈ ਲੈਣੀ ਥੋੜੀ ਜੀ, ਕਿ ਚਲੋ ਸਮੋਸੇ ਵੀ ਹੋ ਗਏ, ਮਿੱਠਾ ਵੀ ਹੋ ਗਿਆ। ਮੈਨੂੰ ਲੱਗਦਾ 5 ਰੁਪਏ 'ਚ ਅੱਜ ਕੱਲ ਮਿੱਠਾ ਵੀ ਨਹੀਂ ਹੋਣਾ, ਇਹ ਬਿਸਕੁਟ ਹੋਣੇ ਆ ਉਹ ਜਿਹੜੇ ਬਿਨਾਂ ਕਰੀਮ ਤੋਂ ਆਉਂਦੇ ਨੇ, ਉਹ ਬਿਸਕੁਟ ਲੈ ਸਕਦੇ ਆਪਾਂ। ਸਹੀ ਗੱਲ ਹੈ, ਪਰ ਚੀਜ਼ ਮਤਲਬ ਸਮਾਂ ਕਿੰਨਾ ਬਦਲ ਗਿਆ, ਤੇ ਲੋਕਾਂ ਨੇ ਮਤਲਬ ਬੇਸ਼ੱਕ ਸਾਇੰਸ ਨੇ ਤਰੱਕੀ ਕੀਤੀ, ਹੋਰ ਬਹੁਤ ਸਾਰੇ ਆਵਿਸ਼ਕਾਰ ਹੋਏ ਹੈ ਨਾ, ਲੋਕਾਂ ਨੇ ਆਪ ਹੀ ਉਹ ਚੀਜ਼ਾਂ ਨੂੰ ਖਰੀਦ ਕੇ ਆਪਣੀ ਜ਼ਰੂਰਤ ਬਣਾ ਲਈ। ਅਬ ਸਾਡੀ ਆਪਣੀ ਵੀ ਗਲਤੀ ਹੁੰਦੀ ਹੈ ਕਿਤੇ, ਸਾਡਾ ਕਿਹੜਾ ਮਤਲਬ ਕਈ ਚੀਜ਼ਾਂ ਬਿਨਾਂ ਸਰਦਾ ਵੀ ਹੁੰਦਾ ਤਾਂ ਅਸੀਂ ਤਾਂ ਵੀ ਉਹ ਚੀਜ਼ ਲੈਂਦੇ ਆ। ਹੁਣ ਸਰਕਾਰ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਮਿੱਟੀ ਦਾ ਜੇ ਚੁੱਲ੍ਹਾ ਹੋਊਗਾ ਉਹਦੇ ਤੇ ਸਰਕਾਰ ਕੀ ਟੈਕਸ ਲਾ ਦੂਗੀ, ਹੈ ਨਾ। ਹੁਣ ਗੈਸ ਹੋ ਗਏ, ਸਿਲੰਡਰਾਂ ਦੇ ਰੇਟ ਇੱਥੇ ਤੇ ਵਧਾਈ ਜਾਂਦੇ ਆ, ਉਦੋਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਸੀਗੀਆਂ ਲੋਕ ਆਸੇ-ਪਾਸੇ ਖੇਤਾਂ 'ਚ ਲੈ ਆਉਂਦੇ, ਉਹਦਾ ਵੀ ਨੁਕਸਾਨ ਪੈ ਜਾਣਾ। ਸੁਣੋ ਉਸ ਜੇ ਅਸੀਂ ਮਿੱਟੀ ਦੇ ਚੁੱਲ੍ਹੇ ਲੈ ਲਏ, ਉਹਦਾ ਕੀ ਨੁਕਸਾਨ ਹੈ, ਉਹਦਾ ਨੁਕਸਾਨ ਸਾਨੂੰ ਹੀ ਪੈਣਾ। ਮਿੱਟੀ ਦੇ ਚੁੱਲ੍ਹੇ ਬਣਾ ਲਏ, ਚੁੱਲ੍ਹਿਆਂ ਦੇ ਲਈ ਚਾਹੀਦਾ ਬਾਲਣ, ਬਾਲਣ ਲਈ ਜਾਵਾਂਗੇ ਜੰਗਲਾਂ 'ਚ, ਜੰਗਲਾਂ 'ਚ ਕੱਟੋਗੇ ਲੱਕੜ ਕੱਟੋਗੇ, ਪਊਗਾ ਕੇਸ ਪਊਗਾ, ਭਰਨਾ ਪਊਗਾ ਜੁਰਮਾਨਾ, ਹੋਊਗੀ ਜੇਲ੍ਹ। ਇਸ ਤੋਂ ਚੰਗਾ ਗੈਸ ਚੁੱਲ੍ਹੇ ਹੀ ਠੀਕ ਨੇ ਭਾਈ, 900 ਰੁਪਇਆ ਦੇ ਦਾਂਗੇ, ਹੋਰ ਕੀ ਹੈ। ਨਹੀਂ ਸਹੀ ਗੱਲ, ਅੱਗੇ ਤਾਂ ਬਾਲਣ ਖੇਤਾਂ 'ਚ 960 970 ਦੇ ਕਰੀਬ ਹੈ ਸ਼ਾਇਦ। ਗਾਣਾ ਯਾਦ ਆ ਗਿਆ ਮੈਨੂੰ, ਉਹ ਸਤਿੰਦਰ ਸਰਤਾਜ ਦਾ ਗਾਣਾ ਸੀਗਾ ਨਾ, ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ, ਫਿਰ ਏਦਾਂ ਹੀ ਭੱਜਿਆ ਕਰਨਾ ਸਾਰਿਆਂ ਨੇ ਬਾਲਣ ਦੇਖ, ਜਿਸ ਹਿਸਾਬ ਨਾਲ ਉਹ ਫਿਲਮ ਆਇਆ ਨਾ ਦ੍ਰਿਸ਼, ਉਸ ਹਿਸਾਬ ਨਾਲ ਹੀ ਭੱਜਿਆ ਕਰਨਾ। ਕਿਸੇ ਸਤਿੰਦਰ ਸਰਤਾਜ ਵਰਗੇ ਸੂਝਵਾਨ ਕਿਸੇ ਵਿਅਕਤੀ ਨੇ ਰੋਕਣਾ ਸਾਨੂੰ, ਅਸੀਂ ਬਾਲਣ ਸੁੱਟ ਕੇ ਭੱਜ ਜਾਣਾ, ਕਿਵੇਂ ਕਿਤੇ ਫੜਨ ਤਾਂ ਨਹੀਂ ਆ ਗਏ। ਗੱਲਾਂ ਭਾਵੇਂ ਬੇਰ ਜਿਹੜੇ ਇਕੱਠੇ ਕੀਤੇ ਸੀ ਉਹ ਵੀ ਘੇਰਦੇ ਗਏ। ਚਲੋ ਗੱਲਾਂ ਭਾਵੇਂ ਥੋੜੀ ਜਿਹੀ ਮਤਲਬ ਅਸੀਂ ਟਰੈਕ ਤੋਂ ਹਟ ਗਏ, ਪਰ ਗੱਲਾਂ ਸੱਚੀ ਜਿਹੜੀਆਂ ਨਾ ਸੋਚਣ ਵਾਲੀਆਂ ਨੇ ਕਿਤੇ ਨਾ ਕਿਤੇ, ਵੀ ਹੁਣ ਜਿਸ ਹਿਸਾਬ ਦੇ ਨਾਲ ਹਰ ਇੱਕ ਚੀਜ਼ ਦੀ ਮਹਿੰਗਾਈ ਹੋਈ ਜਾਂਦੀ ਹੈ। ਸਾਈਕਲ ਤੇ ਤਾਂ ਨਹੀਂ ਲੱਗਦਾ ਨਾ ਟੋਲ? ਸਾਈਕਲ ਤੇ ਨਹੀਂ, ਦੋ ਪਹੀਆ ਵਾਹਨਾਂ ਤੇ ਨਹੀਂ ਲੱਗਦਾ ਹੈਗਾ, ਬਸ ਮੋਟਰਸਾਈਕਲ ਵੀ ਵਰਤ ਸਕਦੇ ਹਾਂ ਬਸ। ਨਾ ਮੋਟਰਸਾਈਕਲ 'ਚ ਪੈਟਰੋਲ ਵੀ ਤਾਂ ਪਾਉਣਾ ਪਊਗਾ, ਆਪਾਂ ਸਾਈਕਲ ਹੀ ਰੱਖਣੀ ਆ ਆਪਾਂ। ਉਹ ਦੇਖ ਲਓ ਗੋਲਡੀ ਦਾ ਹੁਣ ਤੱਕ ਇੰਜਨ ਸੀਜ ਹੈ। ਗੋਲਡੀ ਦਾ ਮੋਟਰਸਾਈਕਲ ਦਾ, ਗੋਲਡੀ ਦਾ ਕਿਹੜਾ ਇੰਜਨ ਹੈ ਦੱਸੋ? ਗੋਲਡੀ ਦੇ ਮੋਟਰਸਾਈਕਲ ਦਾ ਅਜੇ ਤੱਕ ਜਿਹੜਾ ਇੰਜਨ ਆ ਉਹ ਸੀਜ਼ ਹੈ। ਨਿੰਬੂ ਪਾਣੀ ਪਾ ਕੇ ਅਗਲਾ ਮੋਟਰਸਾਈਕਲ ਸਟਾਰਟ ਕਰਨ ਨੂੰ ਫਿਰਦਾ ਸੀ, ਦੱਸੋ। ਬਾਅਦ ਦੇ ਵਿੱਚ ਉਹਨੇ, ਜਦੋਂ ਉਹਨੇ ਨਿੰਬੂ ਪਾਣੀ ਪਾਇਆ, ਮੈਂ ਉੱਥੇ ਖੜਾ ਸੀ, ਉਹਨੇ ਕਿੱਕ ਮਾਰੀ, ਤੇ ਤੁਸੀਂ ਰੋਕਿਆ ਕਿਉਂ ਨਹੀਂ ਜੇ ਤੁਸੀਂ ਕੋਲ ਖੜੇ ਸੀ? ਤੇ ਮੈਂ ਕਿਹਾ ਕਰ ਲੈਣ ਦੇ, ਕੀ ਪਤਾ ਕੋਈ ਅਵਿਸ਼ਕਾਰ ਹੀ ਨਿਕਲਿਆ ਹੁੰਦਾ। ਕੱਲ ਤੋਂ ਮੈਨੂੰ ਵੀ ਨਾ ਪੈਟਰੋਲ ਪਾਉਣਾ ਪਵੇ। ਹਾਂ ਕੱਲ ਤੋਂ। ਪਰ ਉਹ ਫਿਰ ਕੀ ਹੋਇਆ, ਮਾੜਾ ਜਿਹਾ ਤਾਂ ਆਵਾਜ਼ ਕੀਤੀ ਸੀ ਇੰਜਨ ਨੇ, ਬਾਅਦ ਚੋਂ ਫਿਰ ਨਿੰਬੂ ਦੇ ਬੀਜ ਵੀ ਜਿਹੜੇ ਵਿੱਚ ਹੀ ਉਹਨੇ ਪਾਤੇ ਸੀ, ਉਹਨੇ ਪੁਣ ਕੇ ਨਹੀਂ ਪਾਏ ਹੈਗੇ, ਫਿਰ ਸੀਜ਼ ਹੋ ਗਿਆ ਇੰਜਨ। ਹੁਣ ਕੀ ਕਰੀਏ ਦੱਸੋ, ਇੰਜਨ ਸੀਜ਼ ਅਗਲੇ ਦਾ। ਚਲੋ ਇਸ ਤੋਂ ਇਲਾਵਾ ਅਸੀਂ ਮੁੱਦਾ ਇਹੀ ਹੈ ਕਿ ਮਹਿੰਗਾਈ ਬਹੁਤ ਵੱਧ ਰਹੀ ਹੈ। ਮੈਡਮ ਬਹੁਤ ਹੱਸ ਰਹੇ ਨੇ, ਆਸ ਕਰਦੇ ਹਾਂ ਤੁਸੀਂ ਵੀ ਹੱਸ ਰਹੇ ਹੋਵੋਗੇ ਘਰੇ ਆਪਣੇ ਜਿਹੜੇ ਵੀ ਦੇਖ ਰਹੇ ਨੇ ਸਾਨੂੰ ਵੱਖ ਵੱਖਰੇ ਮਾਧਿਅਮ ਰਾਹੀਂ। ਤੁਸੀਂ
ਉਹ ਤੁਹਾਨੂੰ ਬੇਸ਼ੱਕ ਦੇਖ ਰਹੇ ਹੋ, ਤੁਸੀਂ ਤਾਂ ਅਖਬਾਰ ਹੀ ਦੇਖ ਰਹੇ ਹੋ। ਦੇਖੋ ਅਖਬਾਰਾਂ ਵਿੱਚੋਂ ਹੀ ਮੁੱਦੇ ਨਿਕਲਦੇ ਨੇ, ਅਖਬਾਰਾਂ ਵਿੱਚੋਂ ਨਿਕਲ ਹੋਰ ਕੀ। ਸਾਰੀ ਦੁਨੀਆ ਸੜਕਾਂ ਤੇ ਆਈ ਹੋਈ ਆ। ਬੀਤੇ ਦਿਨ ਕਾਂਗਰਸ ਨੇ ਮਹਿੰਗਾਈ ਖਿਲਾਫ ਧਰਨੇ ਲਾਏ ਨੇ, ਹਾਲਾਂਕਿ ਫਰਕ ਕੋਈ ਨਹੀਂ ਪੈਣਾ, ਉਹਨਾਂ ਨੂੰ ਵੀ ਪਤਾ ਕਿ ਅਸੀਂ ਬਸ ਤਾਂ ਮੀਡੀਆ ਬਾਈਟ ਦੇ ਕੇ ਮੁੜਿਆਵਾਂਗੇ। ਮੈਨੂੰ ਜਿਹੜਾ ਦੁੱਖ ਲੱਗਾ ਨਾ, ਉਹ ਰਾਣਾ ਇੰਦਰ ਪ੍ਰਤਾਪ ਦਾ ਦੁੱਖ ਲੱਗਾ। ਅੱਛਾ। ਪਹਿਲੀ ਵਾਰ ਸਦਨ 'ਚ ਬੋਲਣਾ ਸੀ, ਬੋਲਣ ਹੀ ਨਹੀਂ ਦਿੱਤਾ। ਕਿਉਂ? ਕਹਿੰਦੇ ਚਲੋ ਬਾਹਰ ਕੱਢਤਾ ਸਦਨ 'ਚੋਂ। ਅੱਛਾ। ਮਤਲਬ ਬੋਲਣਾ ਸੀ ਕਿ ਚਲੋ ਅੱਗੋਂ ਦੀ ਕਿ ਰਾਣਾ ਗੁਰਜੀਤ ਜਿਹੜੇ ਨੇ ਕਹਿੰਦੇ ਵੀ ਮੇਰਾ ਮੁੰਡਾ ਪਹਿਲੀ ਵਾਰ ਬੋਲਣ ਲੱਗਾ ਸੀ, ਉਹਨੂੰ ਬੋਲਣ ਕਿਉਂ ਨਹੀਂ ਦਿੱਤਾ ਗਿਆ? ਅੱਗੋਂ ਭਗਵੰਤ ਮਾਨ ਜੀ ਖੜੇ ਹੋ ਗਏ, ਕਹਿੰਦੇ ਪਹਿਲਾਂ ਸਿਖਾ ਕੇ ਤਾਂ ਲਿਆਉਣਾ ਸੀ ਵੀ ਪਹਿਲੀ ਵਾਰ ਬੋਲਣਾ ਤਾਂ ਕੀ ਬੋਲੀ ਦਾ ਹੁੰਦਾ। ਉਧਰੋਂ ਦੀ ਸੀਐਮ ਸਾਹਿਬ ਨੇ ਬੋਲਣਾ ਸੀਗਾ ਚੰਡੀਗੜ੍ਹ ਦੇ ਮੁੱਦੇ ਦੇ ਉੱਤੇ, ਉਹ ਅੱਗੋਂ ਦੀ ਹਾਈਵੇ ਵਾਲਾ ਮੁੱਦਾ ਲੈ ਕੇ ਬਹਿ ਗਏ। ਫਿਰ ਸਪੀਕਰ ਸਾਹਿਬ ਨੇ ਬਾਹਰ ਕੱਢਤੇ, ਕਹਿੰਦੇ ਚਲੋ ਬਾਹਰ। ਸਹੀ ਗੱਲ ਹੈ। ਦੁੱਖ ਦੇਖੋ ਲੱਗਾ ਮੁੱਦਾ ਤਾਂ ਹੋਏ ਆ, ਤੁਹਾਨੂੰ ਦੁੱਖ ਲੱਗਾ ਵੀ ਪਹਿਲੀ ਵਾਰ ਬੋਲਣਾ ਸੀ ਨਾ। ਹੁਣ ਜਗਲੇ ਚਲੋ ਨੂੰ ਜੀ, ਚਾਹ ਰਾਣਾ ਹੁੰਦਾ ਗੁਰਜੀਤ ਜੀ ਤੁਹਾਡੇ ਪੱਖ 'ਚ ਬੋਲੀ ਹੈ ਬੀਬਾ, ਤੇ ਪੱਖ ਪੁੱਖ 'ਚ ਨਹੀਂ ਮੈਂ ਬੋਲੀ। ਦੁੱਖ ਲੱਗਿਆ ਤੁਹਾਨੂੰ ਪੱਖ 'ਚ ਮੈਂ ਕਿਹਾ ਵੀ ਅਗਲਾ ਪਹਿਲੀ ਵਾਰ ਬੋਲਣ ਲੱਗਾ ਸੀਗਾ, ਮਤਲਬ ਸਟੇਜ ਤੇ ਆਪਾਂ ਜਦੋਂ ਜਾਂਦੇ ਆ ਤਾਂ ਕੌਨਫੀਡੈਂਸ। ਅੱਛਾ, ਹੌਸਲਾ ਵਧਾਈਦਾ। ਉਹੀ ਮਤਲਬ ਸਕੂਲ ਦੇ ਵਿੱਚ ਕੋਈ ਨਲਾਇਕ ਬੱਚਾ ਹੋਵੇ ਜੇ ਉਹ ਬੋਲਣ ਦੀ ਕੋਸ਼ਿਸ਼ ਕਰੇ, ਉਹਨੂੰ ਮੈਂ ਨਲਾਇਕ ਨਹੀਂ ਕਿਹਾ, ਤੁਸੀਂ ਕਿਹਾ। ਚਲੋ ਮੈਂ ਕਹਿ ਦਿੱਤਾ, ਪਰ ਮੈਂ ਉਦਾਹਰਣ ਦਿੱਤੀ ਹੈ ਕਿ ਕਿਤੇ ਇਹ ਨਾ ਸੋਚੋ ਕਿ ਉਹਨਾਂ ਨੂੰ ਹੀ ਆਖਿਆ ਅਸੀਂ। ਕਈ ਵਾਰ ਹੁੰਦਾ ਸਕੂਲ ਦੇ ਵਿੱਚ ਕਿਸੇ ਨੂੰ ਹਿੰਮਤ ਨਹੀਂ ਹੁੰਦੀ, ਕਲਾਸ ਦੇ ਵਿੱਚ ਹਿੰਮਤ ਨਹੀਂ ਹੁੰਦੀ, ਜੇ ਉਹ ਬੋਲਣ ਲੱਗੇ ਉਹਨੂੰ ਜੇ ਦੂਜੇ ਬੱਚੇ ਰੋਕ ਦੇਣ ਫਿਰ ਉਹਦਾ ਹੋਰ ਕੌਨਫੀਡੈਂਸ ਲੈਵਲ ਗਿਰ ਜਾਂਦਾ। ਸਹੀ ਗੱਲ ਹੈ, ਪਰ ਉਹ ਫਿਰ ਸਕੂਲ ਹੁੰਦਾ ਸੀ ਨਾ, ਉਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਵਿਧਾਨ ਸਭਾ ਹੈ, ਇੱਥੇ ਲੋਕਾਂ ਦੇ ਮੁੱਦੇ ਚੱਕਣੇ ਅਸੀਂ, ਇੱਥੇ ਅਸੀਂ ਸਿੱਖਣ ਨਹੀਂ ਆਏ, ਇੰਟਰਨਸ਼ਿਪ ਤੇ ਨਹੀਂ ਹੈਗੇ ਉਹ ਵੀ ਇੱਥੇ ਉਹਨਾਂ ਨੂੰ ਸਿਖਾਇਆ ਜਾਊਗਾ। ਕੈਮਰਾਮੈਨ ਦਾ ਇਸ਼ਾਰਾ ਹੋ ਗਿਆ। ਕੈਮਰਾਮੈਨ ਗੋਲਡੀ? ਕੈਮਰਾਮੈਨ ਗੋਲਡੀ ਦਾ ਨਹੀਂ ਹੋਇਆ ਇੱਥੇ, ਕੈਮਰਾਮੈਨ ਉਹਦੇ ਸਾਥੀ ਨੇ, ਕਹਿੰਦੇ ਭਾਈ ਸਾਹਿਬ ਬਸ ਕਰੋ, ਟੀਵੀ ਤੇ ਜਿੰਨਾ ਚੱਲਣਾ ਉਨਾ ਹੀ ਬੋਲੋ, ਵਾਧੂ ਬੋਲੋਗੇ ਤਾਂ ਐਡਿਟ ਹੋ ਜਾਊਗਾ। ਅਗਲਿਆਂ ਨੇ ਕਹਿਣਾ ਵੀ ਤੁਸੀਂ ਤਾਂ ਪਤਾ ਨਹੀਂ ਕਿੱਥੇ ਪੁਰਾਣੇ ਜ਼ਮਾਨੇ ਦੇ ਤੁਸੀਂ ਪੀਪੇ ਪੂਪੇ ਲੈ ਕੇ ਬਹਿ ਗਏ, ਹੁਣ ਮਤਲਬ ਸਹੀ ਰੀਅਲ ਜ਼ਿੰਦਗੀ ਦੇ ਵਿੱਚ ਆਓ ਤੇ ਪੈਟਰੋਲ ਪਵਾਓ। ਬਿਲਕੁਲ ਜੀ, ਪੈਟਰੋਲ ਬੇਸ਼ੱਕ ਮਹਿੰਗਾ ਹੋ ਰਿਹਾ, ਪਰ ਜਿਸ ਰਫ਼ਤਾਰ ਦੇ ਨਾਲ ਜ਼ਿੰਦਗੀ ਚੱਲ ਰਹੀ ਹੈ, ਇਹ ਹਿੱਸਾ ਬਣ ਚੁੱਕੇ ਨੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ, ਭਾਵੇਂ ਵਾਹਨ ਹੋਣ, ਭਾਵੇਂ ਤੇਜ਼ ਰਫ਼ਤਾਰ ਗੱਡੀਆਂ ਹੋਣ, ਕਿਉਂਕਿ ਕਹਿ ਦਈਏ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਰਫ਼ਤਾਰ ਨੂੰ ਨਹੀਂ ਮੈਚ ਕਰ ਸਕਦਾ ਉਹ ਪਿੱਛੇ ਰਹਿ ਜਾਂਦਾ ਕਿਤੇ ਨਾ ਕਿਤੇ। ਬਿਲਕੁਲ, ਪਰ ਇਹ ਅਸੀਂ ਦੇਖਣਾ, ਅਸੀਂ ਕੀ ਕੁਝ ਕਰਨਾ, ਕੀ ਕੁਝ ਨਹੀਂ, ਕੀ ਕੁਝ ਸਾਡੇ ਹੱਥ ਵਸ ਹੈਗਾ, ਜਿੰਨਾ ਕੁ ਸਾਡੀ ਜੇਬ ਅਲਾਉ ਕਰਦੀ ਹੈ ਅਸੀਂ ਉਹਨਾਂ ਕੇ ਕੰਮ ਕਰੀਏ, ਕਿਉਂਕਿ ਬਹੁਤ ਵਾਰ ਅਸੀਂ ਇਦਾਂ ਕਰ ਲੈਂਦੇ ਹੁੰਦੇ ਆ ਵੀ ਬਾਅਦ ਦੇ ਵਿੱਚ ਬਸ ਦੇਖੀ ਜਾਂਦੇ ਵੀ ਇਹ ਤਾਂ ਝੁੱਗਾ ਚੋੜ ਹੋ ਗਿਆ ਸਾਡਾ, ਤਾਂ ਉਹ ਸਾਰੀਆਂ ਚੀਜ਼ਾਂ ਤੋਂ ਬਚਾ ਰੱਖੀਏ। ਸੋ ਮੁੱਦੇ ਮਸਲੇ ਸਾਡੇ ਕੋਲ ਹੋਰ ਵੀ ਬਹੁਤ ਸੀ, ਨਿਗਾਹ ਉਹਨਾਂ ਤੇ ਵੀ ਮਾਰਨੀ ਸੀ, ਪਰ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਢੇਰ ਸਾਰੇ ਮੁੱਦਿਆਂ ਦੇ ਨਾਲ, ਢੇਰ ਸਾਰੇ ਮਸਲਿਆਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।